साधु खड़ा बाजार में सबकी ही मांगे खैर, काहूं किसी से दोस्ती काहूं किसी से बैर। ਤੁਹਾਡਾ ਸਵਾਗਤ ਪੰਜਾਬੀ ਨਿਊਜ਼ ਆਨਲਾਈਨ ਬੋਲੇ ਤੋਂ ਪੀਐਨਓ ਮੀਡੀਆ ਗਰੁੱਪ ਤੇ। ਮੇਰਾ ਨਾਮ ਸੁਖਨੈਬ ਸਿੰਘ ਸਿੱਧੂ ਹੈ ਔਰ ਇਸ ਵਕਤ ਤੁਸੀਂ ਸਾਨੂੰ ਸੁਖਨੈਬ ਸਿੰਘ ਸਿੱਧੂ ਪੇਜ ਤੇ ਵੀ ਦੇਖ ਰਹੇ ਹੋ ਔਰ YouTube ਦੇ ਚੈਨਲ ਦੇ ਉੱਪਰ ਵੀ। ਸਾਡੀ ਕੋਸ਼ਿਸ਼ ਲਗਾਤਾਰ ਹੈ ਔਰ ਕਾਮਯਾਬੀ ਹੈ ਕਿ ਅਸੀਂ ਉਹਨਾਂ ਲੋਕਾਂ ਨਾਲ, ਉਹਨਾਂ ਜ਼ਹੀਨ ਲੋਕਾਂ ਨਾਲ ਸੰਵਾਦ ਰਚਾਈਏ ਜਿਨ੍ਹਾਂ ਦੇ ਪਿੜ ਪੱਲੇ ਬੜਾ ਕੁਛ ਹੈ ਕਹਿਣ ਦੇ ਵਾਸਤੇ, ਸਮਝਣ ਵਾਸਤੇ, ਸਮਝਾਉਣ ਦੇ ਵਾਸਤੇ, ਤੇ ਉਹੀ ਗੱਲ ਆਪਣੇ ਵਰਗੇ ਲੋਕਾਂ ਨਾਲ ਅੱਗੇ ਸਾਂਝੀ ਕਰੀਏ ਕਿ ਜੋ ਵਰਤਾਰੇ ਚੱਲ ਰਹੇ ਨੇ ਉਹਨਾਂ ਤੋਂ ਹਟ ਕੇ ਬੜਾ ਕੁਛ ਹੈ, ਬਸ ਸਮਝ ਲਈਏ। ਤੇ ਇਸ ਸਿਲਸਿਲੇ ਦੇ ਵਿੱਚ ਇੱਕ ਨਾਂ ਹੈ ਜਿਹੜਾ ਹਮੇਸ਼ਾ ਹੀ ਚਰਚਾ 'ਚ ਰਿਹਾ, ਉਹ ਹੈ ਰਣਜੀਤ ਸਿੰਘ ਕੁੱਕੀ ਗਿੱਲ ਹੋਰਾਂ ਦਾ। ਗਿੱਲ ਸਾਹਿਬ ਦਾ ਸੰਘਰਸ਼ ਬਹੁਤ ਵੱਡਾ ਹੈ, ਉਹਨਾਂ ਦੀ ਸੋਚ ਬਹੁਤ ਵੱਡੀ ਹੈ ਤੇ ਉਹਨਾਂ ਦੇ ਵੱਲੋਂ ਦਿੱਤੇ ਜਾ ਰਹੇ ਵਿਚਾਰ ਸੱਚੀ ਪੰਜਾਬੀਆਂ ਦੇ ਵਾਸਤੇ ਬਹੁਤ ਵੱਡਮੁੱਲੇ ਨੇ ਤੇ ਅੱਜ ਆਪਣੇ ਸ਼ੋਅ ਦਾ ਹਿੱਸਾ ਨੇ ਰਣਜੀਤ ਸਿੰਘ ਕੁੱਕੀ ਗਿੱਲ। ਗਿੱਲ ਸਾਹਿਬ ਸਵਾਗਤ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਗੱਲ ਆਪਾਂ 3-4 ਮੁੱਦਿਆਂ ਤੇ ਕਰਨੀ ਹੈ। ਮੈਂ ਦੱਸ ਦਿਆਂ ਸਰੋਤਿਆਂ ਨੂੰ ਕਿ ਤੇ ਦਰਸ਼ਕਾਂ ਨੂੰ ਕਿ ਅਸੀਂ 3 ਮੁੱਦਿਆਂ ਦੇ ਉੱਤੇ ਅੱਜ ਗੱਲ ਕਰਾਂਗੇ। ਇੱਕ ਅਕਾਲੀ ਦਲ ਦੇ ਉੱਤੇ, ਇੱਕ ਰਾਜ ਸਭਾ ਦੇ 5 ਜਿਹੜੇ ਮੈਂਬਰ ਚੁਣੇ ਗਏ ਨੇ ਉਹਨਾਂ ਤੇ ਇੱਕ ਜਿਹੜੀ ਸਭ ਤੋਂ ਜ਼ਿਆਦਾ ਚਰਚਾ ਹੈ ਉਹ ਹੈ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਤੇ ਨਾਲ ਸ਼ਹੀਦਾਂ ਦੇ ਬੁੱਤ ਲਾਉਣ ਦੇ ਬਾਬਤ। ਤੇ ਗਿੱਲ ਸਾਹਿਬ 23 ਮਾਰਚ ਲੰਘ ਕੇ ਗਈ ਹੈ, ਉਦੋਂ ਪਹਿਲਾਂ ਪੰਜਾਬ ਸਰਕਾਰ ਦੇ ਵੱਲੋਂ ਬਕਾਇਦਾ ਇੱਕ ਪ੍ਰੋਗਰਾਮ ਕੀਤਾ ਗਿਆ, ਉੱਥੇ ਸਹੁੰ ਚੁੱਕ ਸਮਾਗਮ ਸੀ। ਭਗਤ ਸਿੰਘ ਨੂੰ ਜਿਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਵੱਖਰੀ ਗੱਲ ਆ, ਪਰ ਇੱਕ ਤੁਹਾਡਾ ਨਜ਼ਰੀਆ ਵੀ ਹੈ। ਮੈਂ ਆਰਟੀਕਲ ਵੀ ਪੜ੍ਹ ਰਿਹਾ ਸੀ ਨੌਜਵਾਨੀ.com ਦੇ ਉੱਤੇ। ਭਗਤ ਸਿੰਘ ਦੀ ਵਿਚਾਰਧਾਰਕ ਭਗਤ ਸਿੰਘ ਦਾ ਵਿਚਾਰਧਾਰਕ ਪ੍ਰਸੰਗ, ਇਹਦੇ ਵਿੱਚ ਕੀ ਸ਼ੇਅਰ ਕਰਨ ਦਾ ਯਤਨ ਕੀਤਾ ਤੁਸੀਂ? ਜਿਹੜੇ ਸਰਦਾਰ ਭਗਤ ਸਿੰਘ ਨਾ, ਜਿਹਨੂੰ ਆਪਾਂ ਸ਼ਹੀਦ ਭਗਤ ਸਿੰਘ ਵੀ ਕਹਿੰਦੇ ਆ ਜੀ, ਉਹਨਾਂ ਦੀ ਸ਼ਖਸੀਅਤ ਨੂੰ ਆਪਣੇ ਰਾਜਸੀ ਮਨੋਰਥਾਂ ਲਈ ਕਦੀ ਕਾਮਰੇਡਾਂ ਵੱਲੋਂ, ਹੁਣ ਭਗਵੰਤ ਮਾਨ ਜਿਹੜੇ ਚੀਫ ਮਿਨਿਸਟਰ ਆ ਪੰਜਾਬ ਦੇ, ਇਹਨਾਂ ਵੱਲੋਂ ਲੋੜ ਤੋਂ ਵੱਧ ਅਛਾਲਿਆ ਜਾ ਰਿਹਾ। ਪੰਜਾਬ ਦੀ ਧਰਤੀ ਦਾ ਚੱਪਾ ਚੱਪਾ ਸ਼ਹੀਦੀਆਂ ਨਾਲ ਭਰਿਆ ਹੋਇਆ, ਇੱਕ ਤੋਂ ਇੱਕ ਅਗਾਂਹ ਨੇ। ਚਾਹੇ ਗੁਰੂ ਸਾਹਿਬ ਵੇਲੇ ਦਾ ਸਮਾਂ ਦੇਖ ਲਈਏ, ਉਸ ਤੋਂ ਬਾਅਦ ਉਹਨਾਂ ਦੇ ਸਾਹਿਬਜ਼ਾਦੇ ਛੋਟੇ ਛੋਟੇ ਨੀਹਾਂ 'ਚ ਚਿਣੇ ਗਏ, ਜਿਨ੍ਹਾਂ ਦੀ ਕੋਈ ਅੱਜ ਤੱਕ ਐਗਜ਼ਾਮਪਲ ਨਹੀਂ ਮਿਲਦੀ। ਗੁਰੂ ਤੇਗ ਬਹਾਦਰ ਸਾਹਿਬ ਦੇਖ ਲਓ, ਗੁਰੂ ਅਰਜਨ ਦੇਵ ਜੀ ਦੇਖ ਲਓ, ਤੱਤੀਆਂ ਤਵੀਆਂ ਤੇ ਬੈਠੇ ਕਿਵੇਂ ਅੰਗ ਚੀਰੇ ਸਿੰਘਾਂ ਦੇ। ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦਾ ਦੌਰ ਦੇਖ ਲਓ, ਵੀ ਉਹਦੇ ਬੱਚੇ ਦਾ ਦਿਲ ਕੱਢ ਕੇ ਉਹਦੇ ਮੂੰਹ 'ਚ ਪਾ ਦੇਣਾ ਤੇ ਕਿਵੇਂ ਤਸੀਹੇ ਦਿੱਤੇ ਉਹਨਾਂ ਨੂੰ ਪਬਲਿਕ ਤੌਰ ਤੇ। ਸਹੀ, ਇੱਥੇ ਇਹ ਦਿਖਾਈ ਜਾ ਰਿਹਾ ਸਰਦਾਰ ਭਗਤ ਸਿੰਘ ਹੀ ਸਭ ਕੁਛ ਆ, ਉਹ ਸ਼ਹੀਦ ਆਜ਼ਮ ਦਾ ਉਹਨੂੰ ਖਿਤਾਬ ਦੇਤਾ। ਮੈਂ ਮੰਨਦਾ ਵੀ ਸਤਿਕਾਰ ਕਰਨਾ ਅੱਡ ਗੱਲ ਆ, ਪਰ ਲੋੜ ਤੋਂ ਵੱਧ ਜਿਹੜੀ ਹੈਗੀ ਆ ਨਾ ਸ਼ਬਦਾਂ ਦੀ ਹੇਰ ਫੇਰ ਨਾ ਕਰੋ। ਕਰਤਾਰ ਸਿੰਘ ਸਰਾਭਾ ਘੱਟ ਆ, ਸਹੀ, ਗਦਰੀ ਬਾਬੇ ਘੱਟ ਆ, ਸਹੀ, ਜਿਹੜੀਆਂ ਉਹਦੀਆਂ ਲਿਖਤਾਂ ਪ੍ਰਚਲਿਤ ਹੋਈਆਂ ਜਿਨ੍ਹਾਂ ਕਰਕੇ ਉਹ ਮਸ਼ਹੂਰ ਹੋਇਆ, ਉਸ ਤੋਂ ਵੀ ਵੱਧ ਭਗਤ ਸਿੰਘ ਦੀ ਇਹ ਵੱਡੀ ਦੇਣ ਆ ਕਿ ਉਹ ਯੰਗ ਉਮਰੇ ਡਰ ਤੋਂ ਡਰਿਆ ਨਹੀਂ। ਆਹ ਵੱਡੀ ਗੱਲ। ਡਰੇ ਤਾਂ ਕਰਤਾਰ ਸਰਾਭੇ ਹੁਣੀ ਵੀ ਹੈ ਨਹੀਂ, ਉਹ ਵੀ ਇਹੀ ਕਹਿੰਦੇ ਗਏ ਵੀ ਸਾਨੂੰ ਬਾਗੀ ਹੋਣ ਤੇ ਮਾਣ ਆ ਤੇ ਸਾਡੀ ਕਲਮਾਂ 'ਚ ਸਦਾ ਬਗਾਵਤ ਹੀ ਰਹੂਗੀ ਤੇ ਅਸੀਂ ਗਦਰ ਹੀ ਕਰਨਾ। ਉਹ ਵੀ ਆਹੀ ਕਹਿ ਕੇ ਸ਼ਹੀਦ ਹੋਏ ਆ ਜੀ। ਜੇ ਹੁਣ ਆਪਾਂ ਵਖਰੇਵਾਂ ਕਰਨ ਲੱਗ ਜੇ ਸ਼ਹੀਦਾਂ ਵਿੱਚ, ਇੱਥੇ ਸ਼ਹੀਦ ਸੁਖਦੇਵ ਸਿੰਘ ਦਾ ਪਰਿਵਾਰ ਵੀ ਰੌਲਾ ਪਾ ਰਿਹਾ ਕਿ ਸਾਡਾ ਜਿਹੜਾ ਘਰ ਦਾ ਚਿਰਾਗ ਸੀ ਉਹਨਾਂ ਦੀ ਸ਼ਹੀਦੀ ਨੂੰ ਨੀਵਾਂ ਕੀਤਾ ਜਾ ਰਿਹਾ ਜੀ। ਐਂ ਹੀ ਰਾਜਗੁਰੂ ਵਾਲੇ ਵੀ ਕਹਿਣਗੇ ਉਹਨਾਂ ਦਾ ਕੋਈ ਪ੍ਰਤੀਕਰਮ ਆਇਆ ਨਹੀਂ, ਇਸ ਲਈ ਮੈਂ ਕਹਿ ਨਹੀਂ ਸਕਦਾ ਜੀ। ਇੱਥੇ ਕਰਤਾਰ ਸਿੰਘ ਸਰਾਭਾ ਦਾ ਜਿਹੜੇ ਵਾਰਸ ਨੇ ਅੱਜ ਤੱਕ ਸੜਕ ਦਾ ਨਾਂ ਰੱਖਣ ਲਈ ਉਹ ਦੱਸ ਰਹੇ। ਇਹ ਭਗਵੰਤ ਮਾਨ ਜਿਹੜੇ ਚੀਫ ਮਿਨਿਸਟਰ ਪੰਜਾਬ ਹੈ, ਲੋਕਾਂ ਨੂੰ ਇਸ ਤਰ੍ਹਾਂ ਦੇ ਵਿਖਾਵੇ ਦੇ ਰਿਹਾ ਕਿ ਮੈਂ ਤਾਂ ਬੁੱਤ ਲਾਉਣਾ ਵਿਧਾਨ ਸਭਾ 'ਚ। ਉਸ ਚੀਜ਼ ਨਾਲ ਸੁਖਨੈਬ ਇੱਕ ਨਵੀਂ ਚੀਜ਼ ਉਜਾਗਰ ਹੋਈ ਹੈ ਕਿ ਜਿਹੜੀ ਪੰਜਾਬ ਵਿਧਾਨ ਸਭਾ ਨਾ ਇੱਕ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੀ ਮਲਕੀਅਤ ਆ। ਸਹੀ। ਤੇ ਅਕੋਰਡਿੰਗ ਟੂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਆਰਡਰ ਵਿਧਾਨ ਸਭਾ ਵਿੱਚ ਕੋਈ ਬੁੱਤ ਲੱਗ ਨਹੀਂ ਸਕਦਾ। ਪੰਜਾਬ ਗਵਰਨਮੈਂਟ ਹੈਜ਼ ਨੋ ਅਥਾਰਟੀ ਟੂ ਇਸ਼ੂ ਐਨੀ ਆਰਡਰ ਇਨਸਾਈਡ ਦਾ ਵਿਧਾਨ ਸਭਾ। ਇਦੋਂ ਵੱਡੀ ਤਰਾਸਦੀ ਇੱਦਾਂ ਦੀ ਆਜ਼ਾਦੀ ਵਿੱਚ ਅੱਜ ਪੰਜਾਬ ਰਹਿ ਰਿਹਾ ਕਿ ਉਹਦੇ ਕੋਲੇ ਆਪਣੀ ਲੈਜਿਸਲੇਟਿਵ ਅਸੈਂਬਲੀ ਵੀ ਹੈ ਨਹੀਂ। ਸਹੀ ਗੱਲ। ਇੱਕ ਮੰਗਵੀਂ ਮੁੱਦਾ ਤਾਂ ਇਹ ਹੋਣਾ ਚਾਹੀਦਾ ਹੈ। ਮੁੱਦਾ ਤਾਂ ਇਹ ਹੋਣਾ ਚਾਹੀਦਾ। ਮੁੱਦਾ ਤਾਂ ਹੈਗਾ ਵੀ ਆਪਾਂ ਆਜ਼ਾਦੀ, ਇਹਨਾਂ ਨੇ
ਉਸ ਤਰ੍ਹਾਂ ਦਾ ਮਤਲਬ ਕਿ ਮਾਹੌਲ ਕ੍ਰੀਏਟ ਕੀਤਾ ਹੈਗਾ ਵੀ ਬਸ ਪੱਗਾਂ ਪੀਲੀਆਂ ਬੰਨ੍ਹਣੀਆਂ, ਗਲ 'ਚ ਪਾ ਲਏ ਸਾਫੇ ਪੀਲੇ, ਤੇ ਅਸੀਂ ਸ਼ਹੀਦ ਭਗਤ ਸਿੰਘ ਬਣ ਗਏ। ਸ਼ਹੀਦ ਭਗਤ ਸਿੰਘ ਦੀਆਂ ਜਿਹੜੀਆਂ ਬਹੁਤੀਆਂ ਲਿਖਤਾਂ ਆਈਆਂ ਨੇ ਬਾਹਰ, ਉਹਦੇ 'ਚ ਸਾਰਿਆਂ ਨਾਲੋਂ ਮੇਨ ਹੈਗੀ ਕਿ ਮੈਂ ਨਾਸਤਿਕ ਹਾਂ। ਉਹ ਜਿਹੜੀ ਸੀਗੀ ਲਿਖਤ, ਉਹਨੇ ਬਰਨਾਰਡ ਰਸਲ ਬਹੁਤ ਮਸ਼ਹੂਰ ਇੰਗਲਿਸ਼ ਸਕਾਲਰ ਹੋਏ ਨੇ, ਉਹਨਾਂ ਨੇ 1927 ਵਿੱਚ ਇੱਕ ਲੇਖ ਲਿਖਿਆ ਸੀਗਾ ਕਿ ਵਾਈ ਆਈ ਐਮ ਨਾਟ ਏ ਕ੍ਰਿਸਚਨ। ਉਹ ਇਸ ਸੰਦਰਭ ਵਿੱਚ ਲਿਖਿਆ ਸੀ ਕਿ ਯੂਰਪ ਵਿੱਚ ਚਰਚ ਦਾ ਬਹੁਤ ਵੱਡਾ ਇਨਫਲੂਐਂਸ ਸੀਗਾ ਸਟੇਟ ਤੇ, ਲੋਕਾਂ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਚਰਚ ਅੰਦਰ ਤੱਕ ਵੜਿਆ ਸੀ। ਉਸ ਸੰਦਰਭ ਵਿੱਚ ਉਹਨਾਂ ਨੇ ਲਿਖਿਆ ਸੀਗਾ ਕਿ ਕਿਸ ਤਰ੍ਹਾਂ ਇਸ ਇਨਫਲੂਐਂਸ ਦੇ ਖਿਲਾਫ ਦੱਸਣਾ ਚਾਹੀਦਾ ਕਿ ਐ ਨਾ ਹੋਵੇ ਕਿ ਧਰਮ ਹੀ ਸਭ ਕੁਝ ਰਹਿ ਜੇ ਤੇ ਬਾਕੀ ਜਿਹੜੇ ਜ਼ਿੰਦਗੀ ਦੇ ਹੋਰ ਨਜ਼ਰੀਏ ਨੇ ਉਹ ਬਿਲਕੁਲ ਧੁੰਦਲੇ ਪੈ ਜਾਣ। ਉਸ ਲੇਖ ਨੂੰ ਦੇਖ ਕੇ ਹੀ ਸਰਦਾਰ ਭਗਤ ਸਿੰਘ ਨੇ ਇਹ ਲੇਖ ਲਿਖਿਆ ਸੀਗਾ ਕਿ ਵਾਈ ਆਈ ਐਮ ਏਥਿਸਟ ਜੀ, ਕਿਉਂਕਿ ਬਾਕੀ ਹੈਗਾ ਵੀ ਕ੍ਰਾਂਤੀ ਕੋਈ ਫੁੱਲਾਂ ਦੀ ਸੇਧ ਤਾਂ ਹੈ ਨਹੀਂ। ਬਿਲਕੁਲ ਸਹੀ। ਉਦੋਂ ਡਰ ਦਾ ਮਾਹੌਲ ਬਹੁਤ ਹੁੰਦਾ, ਤੁਹਾਡੇ ਆਲੇ ਦੁਆਲੇ ਪਤਾ ਨਹੀਂ ਕੀ ਹੋ ਜੂ, ਅਨਸਰਟਨਟੀ ਸੀ ਉਦੋਂ। ਠੀਕ ਆ ਕਿ ਤੁਹਾਡਾ ਜਿਹੜਾ ਇਨਰ ਗ੍ਰਿਟ ਆ, ਜਿਹੜੀ ਤੁਹਾਡੀ ਅੰਦਰਲੀ ਮਾਨਸਿਕਤਾ, ਉਹ ਇਸ ਨੂੰ ਕਿਵੇਂ ਝੱਲਦੀ ਆ, ਉਹਦੇ ਵਿੱਚ ਸਰਦਾਰ ਭਗਤ ਸਿੰਘ ਜਿਵੇਂ ਦਰਸਾਇਆ ਜਾ ਰਿਹਾ ਉਹ ਕਾਫੀ ਕਾਮਯਾਬ ਰਿਹਾ। ਪਰ ਉਹਦੀ ਉਮਰ ਬਹੁਤ ਛੋਟੀ ਸੀ, ਬੜਾ ਛੋਟਾ ਜਿਹਾ ਜ਼ਿੰਦਗੀ ਦਾ ਜੇਲ੍ਹਾਂ ਦਾ ਸਫ਼ਰ ਆ, 2 ਸਾਲ ਕੋਈ ਮਾਇਨੇ ਨਹੀਂ ਰੱਖਦਾ ਜੇ ਆਪਾਂ ਦੁਨੀਆ ਦੇ ਸੰਦਰਭ 'ਚ ਦੇਖਦੇ ਹਾਂ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੱਸਦਾ ਹੈਗਾ। ਕਿਸੇ ਨੇ ਲਿਖਿਆ ਵੀ ਭਗਤ ਸਿੰਘ ਆਜ਼ਾਦੀ ਘੁਲਾਟੀਆ ਦਾ ਹੈਗਾ, ਪਰ ਜੇ ਕੋ ਵੀ ਉਹ ਸਕਰਾਤ ਆ, ਫਿਰ ਆਪਾਂ ਨੂੰ ਥੋੜਾ ਸੋਚਣਾ ਪਊ। ਸਹੀ ਗੱਲ ਆ। ਇਸੇ ਤਰ੍ਹਾਂ ਗਿਨੀ ਇੱਕ ਛੋਟਾ ਜਿਹਾ ਮੁਲਕ ਆ ਅਫਰੀਕਾ ਦੇ ਵਿੱਚ, ਅਫਰੀਕਨ ਮਤਲਬ ਕਿ ਕੌਂਟੀਨੈਂਟ, ਉਹ ਪੁਰਤਗਾਲ ਦੇ ਰਾਜ ਥੱਲੇ ਹੁੰਦਾ ਸੀ ਉਸੇ ਸਮੇਂ 'ਚ ਜਦੋਂ ਭਾਰਤ ਵਿੱਚ ਸਾਮਰਾਜੀ ਰਾਜ ਸੀਗਾ ਜੀ। ਉੱਥੋਂ ਦਾ ਇੱਕ ਬਾਲਕ ਸੀਗਾ ਐਮਰਲ ਕਾਲਬੈਰੋ, ਉਹ ਵੀ ਇਹਦੇ ਨੇੜੇ ਤੇੜੇ 1924 'ਚ ਜਨਮਿਆ। ਉਹਨੇ ਦੇਖਿਆ ਵੀ ਸਾਡੇ ਦੇਸ਼ 'ਚ ਗੁਲਾਮੀ ਆ, ਉਹ ਪੁਰਤਗਾਲ ਦੇ ਕੰਟਰੋਲ ਸੀ, ਉਹ ਪੁਰਤਗਾਲ 'ਚ ਜਾ ਕੇ ਸਿੱਖਿਆ ਲੈ ਕੇ ਆਇਆ, ਵਧੇਰੀ ਸਿੱਖਿਆ ਉੱਥੋਂ ਲਈ। ਫਿਰ ਉਹਨੇ ਯੂਰਪੀਅਨ ਸਿਵਲਾਈਜੇਸ਼ਨ ਸਟੱਡੀ ਕੀਤੀ। ਫਿਰ ਉਹਨੇ ਆ ਕੇ ਆਪਣੇ ਮੁਲਕ ਦੇ ਮਿਲੀਅਨਸ ਬੰਦੇ, 7 ਮਿਲੀਅਨ ਬੰਦਾ ਸੀ ਕਿ ਕਿੰਨੇ ਆ, ਇੱਕ ਲਹਿਰ ਕ੍ਰੀਏਟ ਕੀਤੀ ਕਿ ਅਲਟੀਮੇਟਲੀ 1974 'ਚ ਪੁਰਤਗਾਲ ਨੂੰ ਉਹ ਦੇਸ਼ ਛੱਡਣਾ ਪਿਆ। ਪਰ ਉਸ ਦੀ ਬਹਾਦਰੀ ਦੇਖ ਲਓ, ਉਸ ਨੂੰ 8 ਮਹੀਨੇ ਪਹਿਲੇ ਪੁਰਤਗਾਲ ਦੀ ਜਿਹੜੀ ਇੰਟੈਲੀਜੈਂਸ ਸੀ ਉਹਨਾਂ ਨੇ ਉਹਨੂੰ ਕਤਲ ਕਰਤਾ ਸੀ। ਉਹਨੇ ਵੀ ਆਪਣੀ ਸੋਚ ਨਾਲ ਤਬਦੀਲੀ ਲਿਆਂਦੀ ਸੀ। ਆਈ ਮਾਈਕਲ ਕੋਲਿੰਸ ਹੋਇਆ ਆਇਰਲੈਂਡ ਦੇ ਵਿੱਚ, ਹੁਣੇ ਪਿਛਲੇ ਸਾਲ ਦੀ ਗੱਲ ਆ, ਆਪਣੇ ਇਥੋਪੀਆ ਵਿੱਚ ਹੰਕਾਲੋ ਹਦੇਸੇ ਨਾਂ ਦਾ ਇੱਕ ਸਿੰਗਰ ਹੋਇਆ, ਜਿਹਨੇ ਮਤਲਬ ਕਿ ਆਪਣੇ ਪ੍ਰੋਵਿੰਸ ਲਈ, ਅਮਾਰੋ ਪ੍ਰਿੰਸ ਲਈ ਐਡਾ ਵੱਡਾ ਸੰਘਰਸ਼ ਖੜਾ ਕਰਤਾ ਸੀ ਕਿ ਸਰਕਾਰ ਨੇ ਉਹਨੂੰ ਕਤਲ ਅਸੈਸੀਨੇਟ ਕੀਤਾ। ਜੇ ਆਪਾਂ ਐ ਕੰਪੈਰੀਜ਼ਨ ਕਰੀਏ ਤਾਂ ਭਗਤ ਸਿੰਘ ਸਟੈਂਡਸ ਲੋਵੇਅਰ ਆਪਣੇ, ਕਿਉਂਕਿ ਆਪਣੇ ਵਿੱਚ ਵੀ ਬਹੁਤ ਇੱਦਾਂ ਦੇ ਸ਼ਹੀਦ ਹੋਏ ਨੇ, ਕਰਤਾਰ ਸਿੰਘ ਸਰਾਭੇ ਵਰਗੇ, ਜਿਹੜੇ ਯੂਨੀਵਰਸਿਟੀ ਆਫ ਬਰਕਲੇ ਦੀ ਪੜ੍ਹਾਈ ਉਹਨਾਂ ਸਮਿਆਂ ਛੱਡ ਕੇ ਆਏ। ਆਪਾਂ ਕਿਵੇਂ ਕਹਿ ਸਕਦੇ ਕਿ ਉਹ ਸਾਡੇ ਨਾਇਕ ਨਹੀਂ ਹੈਗੇ ਜੀ। ਉਸ ਤੋਂ ਬਾਅਦ ਸਿੱਖ ਸੰਘਰਸ਼ ਵਿੱਚ ਕਿੰਨੀਆਂ ਸ਼ਹੀਦੀਆਂ ਹੋਈਆਂ, ਨਾਮੀ ਪ੍ਰੋਫੈਸਰ, ਵਕੀਲ, ਜਿਹੜੇ ਇੰਟੈਲੀਜੈਂਸੀਆ ਸੀ, ਜਸਵੰਤ ਸਿੰਘ ਖਾਲੜੇ ਉਹਨਾਂ ਵਰਗੇ, ਹੋਰ ਈਵਨ ਭਗਤ ਸਿੰਘ ਦੇ ਆਪ ਦੇ ਰਿਸ਼ਤੇਦਾਰ ਪੁਲਿਸ ਨੇ ਮਾਰੇ ਨੇ, ਉਹਨਾਂ ਬਾਰੇ ਤਾਂ ਕੋਈ ਗੱਲ ਕਰਦਾ ਨਹੀਂ। ਸੋ ਮੈਂ ਤਾਂ ਇਸ ਸੰਦਰਭ ਵਿੱਚ ਲੇਖ ਲਿਖਿਆ ਸੀ। ਮਤਲਬ ਉਹ ਕਹਿੰਦੇ ਆ ਕਿ ਨਾ ਉੱਥੋਂ ਦੀ ਮਿੱਟੀ ਪਹੁੰਚ ਰਹੀ ਹੈ ਅੱਗੇ ਤੇ ਨਾ ਭਗਤ ਸਿੰਘ ਦੀ ਸੋਚ ਪਹੁੰਚ ਰਹੀ ਹੈ। ਜੇ ਆਪਾਂ ਉਸੇ ਦਾਇਰੇ ਨੂੰ ਵੀ ਦੇਖਣਾ ਹੋਵੇ ਕਿ ਸਰਕਾਰ ਨੇ ਜਾਂ ਭਗਵੰਤ ਮਾਨ ਹੋਰਾਂ ਨੇ ਜਿਹੜਾ ਅੱਗੇ ਲੈ ਕੇ ਤੁਰਨ ਦਾ ਅਹਿਦ ਕੀਤਾ ਜਾਂ ਯਤਨ ਕੀਤਾ, ਬਹੁਤ ਸਾਰੀਆਂ ਗੱਲਾਂ ਸੀ ਜਿਹੜੀਆਂ ਧਿਆਨ ਮੰਗਦੀਆਂ, ਪਰ ਮੇਰੇ ਖਿਆਲ 'ਚ ਉਹ ਹੋ ਹੀ ਨਹੀਂ ਰਹੀਆਂ। ਕਿਵੇਂ ਸੰਭਵ ਹੋਣਗੀਆਂ? ਇਹ ਹੈ ਨਾ ਵੀ ਜਦੋਂ ਆਪਾਂ ਗੁਰੂ ਨਾਨਕ ਸਾਹਿਬ ਨਾਲ ਇੱਕ ਵਾਕਿਆ ਜੁੜਿਆ ਹੋਇਆ ਵੀ ਹਰਿਦੁਆਰ ਗਏ ਉਹ ਜੀ, ਉਹਨਾਂ ਨੇ ਦੇਖਿਆ ਵੀ ਉੱਥੇ ਜਿਹੜੇ ਪ੍ਰੀਸਟ ਸੀਗੇ ਉਹ ਸੂਰਜ ਵੱਲ ਨੂੰ ਮੂੰਹ ਕਰਕੇ ਪਾਣੀ ਸੁੱਟ ਰਹੇ ਸੀ ਉੱਤੇ ਤੇ ਗੁਰੂ ਸਾਹਿਬ ਨੇ ਉੱਧਰੋਂ ਪਿੱਠ ਕਰਕੇ ਆਪਣੇ ਖੇਤਾਂ ਵੱਲ ਨੂੰ ਮੂੰਹ ਕਰਕੇ ਕਰਤਾਰਪੁਰ ਸਾਹਿਬ ਨੂੰ ਉੱਧਰ ਨੂੰ ਪਾਣੀ ਸੁੱਟਣਾ ਸ਼ੁਰੂ ਕਰਤਾ। ਉਹ ਕਹਿੰਦੇ ਆਹ ਕੀ ਕਰ ਰਹੇ ਤੁਸੀਂ? ਉਹ ਕਹਿੰਦੇ ਵੀ ਜੇ ਤੁਹਾਡਾ ਪਾਣੀ ਸੂਰਜ ਤੇ ਪਹੁੰਚ ਸਕਦਾ ਤਾਂ ਮੇਰੇ ਖੇਤ ਤਾਂ ਬਹੁਤ ਨੇੜੇ ਨੇ। ਇਹਨਾਂ ਨੇ ਜਿਹੜੀ ਦ੍ਰਿਸ਼ਟੀ ਆ ਨਾ, ਐਂ ਛਲਾਵੇ ਦੇ ਕੇ ਵੀ ਪਾਣੀ ਸੂਰਜ ਨੂੰ ਸੁੱਟਣਾ, ਇਹ ਨਹੀਂ ਦੇਖ ਰਹੇ ਵੀ ਸਾਡੀ ਧਰਤੀ 'ਚ ਪੰਜਾਬ 'ਚ ਕੀ ਹੈਗਾ। ਜਿਵੇਂ ਹੁਣ ਕੱਲ੍ਹ ਭਗਵੰਤ ਸਿੰਘ ਮਾਨ ਚੀਫ ਮਿਨਿਸਟਰ ਪੰਜਾਬ ਮੋਦੀ ਨੂੰ ਮਿਲਣ ਗਿਆ, ਪ੍ਰਾਈਮ ਮਿਨਿਸਟਰ ਇੰਡੀਆ ਦੇ,
ਹੂੰ ਤੇ ਜਾ ਕੇ ਪੈਸੇ ਮੰਗ ਰਿਹਾ ਵੀ ਜਿਹੜੀਆਂ ਖੁਰਾਕਾਂ ਅਸੀਂ ਵੰਡਣੀਆਂ ਨੇ ਲੋਕਾਂ ਨੂੰ ਉਹਦੇ ਲਈ ਪੈਸੇ ਤੁਸੀਂ ਦੇ ਦਿਓ। ਹੂੰ ਮਤਲਬ ਕਿ ਜੇ ਤੁਸੀਂ ਚੀਫ ਮਿਨਿਸਟਰ ਲਈ ਕੈਂਡੀਡੇਟ ਸੀ ਪਹਿਲੇ, ਤੁਹਾਨੂੰ ਪਤਾ ਨਹੀਂ ਕਿ ਤੁਹਾਡੀ ਫਾਈਨੈਂਸ਼ੀਅਲ ਕੰਡੀਸ਼ਨ ਕੀ ਹੈ। ਸਹੀ। ਉਹ ਮਰਾਰੀ ਲਾਲ ਵਾਲੇ ਸੁਪਨੇ ਆ ਨਾ ਵੀ ਸੂਰਜ ਨੂੰ ਇੱਥੋਂ ਸੁੱਟਾਂਗੇ ਪਾਣੀ, ਸੂਰਜ ਤੇ ਜਾ ਵੜਨਾ। ਪਰ ਕੀ ਜਿਹੜੀ ਫੰਡਿੰਗ ਹੈ ਉਹ ਕੇਂਦਰ ਤੋਂ ਮੰਗਣੀ ਗਲਤ ਹੈ? ਨਹੀਂ ਗਲਤ ਨਹੀਂ, ਪਰ ਪਹਿਲੇ ਆਪਣਾ ਫਾਈਨੈਂਸ਼ੀਅਲ ਸਟੇਟਸ ਤਾਂ ਦੇਖੋ, ਫਿਰ ਤਾਂ ਆਈ ਹੈ ਨਾ। ਫਿਰ ਦੂਜੀਆਂ ਸਟੇਟਾਂ ਵੀ ਮੰਗਣਗੀਆਂ, ਜੇ ਕਿਵੇਂ ਮੰਗਾਂਗੇ ਵੀ ਫਾਈਨੈਂਸ਼ੀਅਲ ਕੰਡੀਸ਼ਨ ਤਾਂ ਪਹਿਲੇ ਹੀ ਪਤਾ ਕਿ ਪੰਜਾਬ ਦੀ ਬਹੁਤ ਮਾੜੀ ਹੈ। ਬਾਕੀ ਸਟੇਟਸ ਤੇ ਕਿਹੜਾ ਕਰਜ਼ੇ ਨਹੀਂ ਹੈਗੇ, ਸਾਰੀਆਂ ਸਟੇਟਸ ਤੇ ਕਰਜ਼ੇ ਨੇ। ਇਹ ਤਾਂ ਚੱਲਦੀ ਬਜਟ ਐ ਨੇ ਕਰਜ਼ਿਆਂ ਨਾਲ ਸਾਰੇ ਇੰਡੀਆ 'ਚ। ਮੇਰਾ ਨਹੀਂ ਖਿਆਲ ਕੋਈ ਵੀ ਜਿਹੜੀ ਸਟੇਟ ਆ ਉਹਦਾ ਬੈਲੈਂਸਡ ਬਜਟ ਹੋਊਗਾ ਨਾ। ਇੱਦਾਂ ਦੀ ਕਦੀ ਆਪਣੇ ਜਦੋਂ ਇਲੈਕਸ਼ਨਸ ਹੁੰਦੀਆਂ ਨੇ ਇਸ ਬਾਰੇ ਗੱਲ ਹੀ ਨਹੀਂ ਹੁੰਦੀ ਕਿ ਆਪਣਾ ਜਿਹੜਾ ਫਿਜ਼ੀਕਲ ਡੈਫਿਸਿਟ ਆ ਜਾਂ ਬੈਲੈਂਸ ਬਜਟ ਕਰਨਾ ਇੱਕ ਸਾਡੀ ਮਤਲਬ ਕਿ ਮੇਨ ਮੁੱਦਾ ਹੋਊਗਾ। ਗਿੱਲ ਸਾਹਿਬ, ਦੂਸਰੀ ਗੱਲ ਦੇ ਉੱਤੇ ਵੀ ਚੱਲ ਗਏ ਕਿਉਂਕਿ ਆਪਾਂ 3-4 ਮੁੱਦਿਆਂ ਤੇ ਅੱਜ ਆਪਾਂ ਗੱਲ ਕਰਨੀ ਆ, ਔਰ ਉਹ ਹੈ ਰਾਜ ਸਭਾ ਦੇ ਮੈਂਬਰਾਂ ਦੀ ਨਾਮਜ਼ਦਗੀ। ਲੁਧਿਆਣੇ ਤੋਂ ਹੈ ਇੱਕ, ਜਲੰਧਰ ਨੂੰ 2 ਨਸੀਬ ਹੋਏ ਨੇ, ਤੇ 2 ਦਿੱਲੀ ਵਾਲੇ ਆ ਜਿਹੜੇ ਉਹ ਪੰਜਾਬ ਦਾ ਭਲਾ ਕਰਨ ਦੇ ਵਾਸਤੇ ਰਾਜ ਸਭਾ 'ਚ ਪਹੁੰਚੇ ਨੇ। ਹਰ ਪਾਸਿਓਂ ਵਿਵਾਦ ਸ਼ੁਰੂ ਹੋਇਆ। ਜੇ ਨਹੀਂ ਬੋਲੇ ਤਾਂ ਆਮ ਆਦਮੀ ਪਾਰਟੀ ਦੇ 92 ਵਿਧਾਇਕ ਆ ਜਿਹੜੇ ਉਹ ਨਹੀਂ ਬੋਲੇ। ਆਮ ਲੋਕ ਵਲੰਟੀਅਰ ਉਹ ਬੋਲਦੇ ਨੇ, ਪਰ ਅਗਲਿਆਂ ਨੂੰ ਵੀ ਕਿਤੇ ਨਾ ਕਿਤੇ ਥੋੜਾ ਬਹੁਤ ਲਾਲਚ ਹੈ ਤੇ ਕਿਤੇ ਨਾ ਕਿਤੇ ਇਨਕਾ ਲਾਭ ਦਿਸਦਾ ਹੈ। ਜਿਹੜੇ ਰਾਜ ਸਭਾ ਦੀ ਨੋਮੀਨੇਸ਼ਨਸ ਨੇ ਨਾ, ਇਹ ਪਹਿਲੇ ਤੋਂ ਹੀ ਵਿਵਾਦਾਂ ਵਿੱਚ ਰਹੀਆਂ, ਚਾਹੇ ਦੂਜੀਆਂ ਪਾਰਟੀਆਂ ਵੇਲੇ ਵੀ ਰਹੇ ਨੇ। ਇਹਨਾਂ ਨੇ ਆਪਣੇ ਜਿਹੜੇ ਪਾਰਟੀ ਦੇ ਲਾਇਲੈਂਸ ਸੀਗੇ ਉਹਨਾਂ ਨੂੰ ਰਿਵਾਰਡ ਕੀਤਾ, ਨਾ ਕਿ ਉਹਨਾਂ ਦੇ ਇੰਟਲੈਕਟ ਨੂੰ ਰਿਵਾਰਡ ਕੀਤਾ ਹੈਗਾ। ਵੀ ਪੰਜਾਬ ਵਿੱਚ ਜਦੋਂ ਰਾਜ ਸਭਾ ਇੱਕ ਅਪਰ ਹਾਊਸ ਆ ਪਾਰਲੀਮੈਂਟ ਦਾ, ਉੱਥੇ ਆਪਾਂ ਆਸ ਕਰਦੇ ਹਾਂ ਕਿ ਉਹ ਨੁਮਾਇੰਦੇ ਜਾਣ ਪੰਜਾਬ ਦੇ ਜਿਹੜੇ ਪੰਜਾਬ ਬਾਰੇ ਸਮਝ ਰੱਖਦੇ ਹੋ, ਜਿਨ੍ਹਾਂ ਦਾ ਕੋਈ ਪੰਜਾਬ ਦੇ ਸੋਸ਼ਲ ਪੋਲੀਟੀਕਲ ਤੇ ਜਿਹੜੀਆਂ ਵੈਲਬੀਇੰਗ ਆਫ ਪੰਜਾਬ ਆ ਜਾਂ ਪੰਜਾਬ ਦੇ ਇਸ਼ੂਜ਼ ਨਾਲ ਕੋਈ ਉਹਨਾਂ ਦਾ ਸੰਬੰਧ ਰਿਹਾ ਹੋਵੇ ਜੀ। ਉਹ ਚਾਹੇ ਦਿੱਲੀ ਬੈਠੇ ਹੋਣ, ਚਾਹੇ USA ਬੈਠੇ ਹੋਣ, ਚਾਹੇ ਤੁਹਾਡੇ ਬਠਿੰਡੇ ਬੈਠੇ ਹੋਣ, ਚਾਹੇ ਗੰਗਾਨਗਰ ਬੈਠੇ ਹੋਣ, ਪਰ ਉਹਨਾਂ ਦੀ ਪੰਜਾਬ ਨਾਲ ਮਤਲਬ ਕਿ ਉਹਨਾਂ ਦੀ ਜੜ ਜੁੜੀ ਹੋਣੀ ਚਾਹੀਦੀ ਹੈ ਜੀ। ਜਿਹੜੇ ਚਿਹਰੇ ਆਪਣੇ ਸਾਹਮਣੇ ਆਏ, ਜੇ ਆਪਾਂ ਐਂ ਦੇਖਣ ਲੱਗ ਜਾਈਏ ਵੀ ਲਵਲੀ ਯੂਨੀਵਰਸਿਟੀ ਦੇ ਫਾਊਂਡਰ ਨੂੰ ਆਪਾਂ ਰਿਵਾਰਡ ਕਰ ਰਹੇ ਕਿ ਉਹਨੇ ਬਹੁਤ ਐਕੈਡੈਮਿਕ ਅਚੀਵਮੈਂਟ ਕੀਤੀ ਹੈ ਲਵਲੀ ਯੂਨੀਵਰਸਿਟੀ ਖੋਲ੍ਹ ਕੇ, ਤਾਂ ਫਿਰ ਸਤਨਾਮ ਸਿੰਘ ਸੰਧੂ ਕਿਹੜੇ ਘੱਟ ਨੇ ਜਿਨ੍ਹਾਂ ਨੇ ਚੰਡੀਗੜ੍ਹ ਯੂਨੀਵਰਸਿਟੀ ਬਣਾਈ ਹੈ। ਇਹਨਾਂ ਸਾਰਿਆਂ ਤੋਂ ਡਾਕਟਰ ਸਰਦਾਰਾ ਸਿੰਘ ਜੌਹਲ ਨੇ ਜਿਹੜੇ ਕਿ ਭਾਵੇਂ ਹੁਣ 90 ਦੇ ਵਿੱਚ ਨੇ, ਪਰ ਉਹਨਾਂ ਜਿਹੜੀ ਸਮਝ ਜੇ ਉਤਲੇ ਆਪਾਂ ਸਿੱਖ ਜਾਂ ਹੋਰ ਇੰਟਲੈਕਚੁਅਲ ਦੇਖਾਂਗੇ ਤਾਂ ਆਈ ਥਿੰਕ ਹੀ ਇਜ਼ ਦਾ ਨੰਬਰ 1 ਪਰਸਨ ਜੀ। ਐਸਦਾਰ ਤਰਲੋਚਨ ਸਿੰਘ ਨੇ, ਭਾਵੇਂ ਉਹ ਗਿਆਨੀ ਜੈਲ ਸਿੰਘ ਨਾਲ ਰਹਿਣ ਕਰਕੇ ਥੋੜਾ ਸ਼ੈਡੋ ਪਾਸਟ ਹੈਗਾ, ਪਰ ਉਸ ਤੋਂ ਪਹਿਲੇ ਉਹ ਸਰਦਾਰ ਤਰਲੋਚਨ ਸਿੰਘ ਉਹੀ ਬੰਦਾ ਜਿਹਨੇ ਨਹਿਰੂ ਦਾ ਜਦੋਂ ਪੰਜਾਬ 'ਚ ਆਏ ਸੀ ਐਸ ਪ੍ਰਾਈਮ ਮਿਨਿਸਟਰ, ਉਹ ਜਦੋਂ ਬੋਲਣ ਲੱਗਿਆ ਸਟੇਜ ਤੋਂ ਜਾ ਕੇ ਉਹਦਾ ਮਾਈਕ ਬੰਦ ਕਰਤਾ ਸੀ। ਇਹਨਾਂ ਤੇ ਨੈਸ਼ਨਲ ਸਿਕਿਉਰਿਟੀ ਐਕਟ ਲੱਗਿਆ ਸੀ, ਉਦੋਂ ਇਹ ਸਟੂਡੈਂਟ ਸੀ। ਮਤਲਬ ਆਪਾਂ ਕਿਸੇ ਦੀ ਈਵਨ ਸਪੋਰਟਸਮੈਨ ਵੀ ਲੈਣੇ, ਦੇਖੋ ਤਾਂ ਅਸੀਂ ਉਹ ਸਪੋਰਟਸਮੈਨ ਜਦੋਂ ਕਿਸਾਨ ਮੋਰਚਾ ਚੱਲਿਆ ਸੀ, ਕਿੰਨੇ ਸਪੋਰਟਸਮੈਨ ਨੇ ਆਪਣੇ ਅਰਜਨਾ ਅਵਾਰਡ, ਆਪਣੇ ਪਦਮ ਸ਼੍ਰੀ ਜਾ ਕੇ ਕਿਸਾਨਾਂ ਵੱਲੋਂ ਪ੍ਰੈਜ਼ੀਡੈਂਟ ਨੂੰ ਵਾਪਸ ਕਰਦੇ ਸੀ। ਉਦੋਂ ਦਾ ਹਰਭਜਨ ਸਿੰਘ ਕਿੱਥੇ ਸੀਗਾ? ਅੱਜ ਤੱਕ ਕੋਈ ਇਹਨੇ ਸੋਸ਼ਲ ਖੇਤਰ ਵਿੱਚ ਯੋਗਦਾਨ ਪਾਇਆ ਜਾਂ ਕੋਈ ਪੰਜਾਬ ਇਸ਼ੂਜ਼ ਬਾਰੇ ਬੋਲੇ ਹੋ? ਸਟਾਰ ਹੋਣਾ ਆਪਣੀ ਗੱਲ ਆ, ਸਟਾਰ ਤਾਂ ਸਨੀ ਦਿਓਲ ਵੀ ਚੁਣ ਕੇ ਭੇਜਤਾ, ਫਿਰ ਕੀ ਹੋਇਆ? ਦੈਟਸ ਮਾਈ ਇਸ਼ੂ। ਪਰ ਇੱਕ ਜਿਹੜੀ ਗੱਲ ਚੱਲ ਰਹੀ ਹੈ ਕਿ ਡਾਕਟਰ BR ਅੰਬੇਡਕਰ ਦੀ ਤਸਵੀਰ ਤਾਂ ਲਾਈ ਗਈ, ਅੰਬੇਡਕਰ ਦੇ ਪਰਿਵਾਰ ਮਤਲਬ ਆਪਾਂ ਇਹ ਕਰੀਏ ਕਿ ਦਲਿਤ ਪਰਿਵਾਰਾਂ ਚੋਂ ਕੋਈ ਵੀ ਉਹ ਨਹੀਂ ਚੁਣਿਆ ਗਿਆ, ਸਿੱਖ ਚਿਹਰਿਆਂ ਦੇ ਵਿੱਚੋਂ ਕੋਈ ਜੱਟ ਸਿੱਖ ਨਹੀਂ ਚੁਣਿਆ ਗਿਆ। ਕੁਝ ਲੋਕ ਕਹਿੰਦੇ ਆ ਕਿ ਇਹ ਤਾਂ ਲੋਕਾਂ ਨੂੰ ਤਕਲੀਫ ਹੈ ਕਿ ਜੱਟ ਸਿੱਖ ਉੱਥੇ ਨਹੀਂ ਕੋਈ ਪਹੁੰਚਿਆ। ਜ਼ਰੂਰੀ ਤਾਂ ਨਹੀਂ ਹੈ ਕਿ ਜੱਟ ਹੀ ਉੱਥੇ ਪੰਜਾਬ ਦੀ ਪ੍ਰਤੀਨਿਧਤਾ ਕਰੂਗਾ, ਚਾਹੀਦੇ ਤਾਂ ਮਸਲੇ ਹੱਲ ਕਰਨੇ, ਮਸਲੇ ਉਭਾਰਨ ਵਾਲਾ ਇਹਨਾਂ ਚੋਂ ਕੌਣ ਲੱਗਦਾ ਪੰਜਾਬ 'ਚ? ਜਿਹੜੇ ਡਾਕਟਰ BR ਅੰਬੇਦਕਰ ਸੀ ਨਾ ਜੀ, ਉਹਨਾਂ ਦਾ ਤਾਂ ਭਗਤ ਸਿੰਘ ਦਾ ਐਪਲ ਤੇ ਔਰੰਜ ਵਾਲਾ ਫਰਕ ਹੈ। They are entirely two different personalities, no comparison। ਡਾਕਟਰ ਅੰਬੇਦਕਰ ਦਾ ਕਿਸੇ ਨਾਲ, ਉਹਨਾਂ ਨੇ ਭਾਰਤ ਦਾ ਸੰਵਿਧਾਨ ਤਾਂ ਇਕੱਲਾ ਲਿਖਿਆ ਹੀ ਆ, ਪਰ ਉਹਨਾਂ ਨੇ 1949 ਵਿੱਚ ਇੱਕ ਖਾਲਸਾ ਜ਼ਾਹਰ ਕੀਤਾ ਸੀਗਾ ਕਿ ਮੈਂ ਸੰਵਿਧਾਨ ਡਰਾਫਟ ਕਰਨ 'ਚ ਮਦਦ ਤਾਂ ਕੀਤੀ ਆ,
ਪਰ ਮੈਨੂੰ ਇੱਕ ਡਰ ਹੈ ਕਿ ਜਿਸ ਤਰ੍ਹਾਂ ਦੀ ਭਾਰਤ ਵਿੱਚ ਪੋਲਿਟਿਕਸ ਅਮਰਜ ਮੈਨੂੰ ਦਿਖ ਰਹੀ ਹੁੰਦੀ, ਇੱਥੇ ਕਨਫਲਿਕਟ ਆ ਜਾਣਾ ਸੋਸ਼ਲ ਡੈਮੋਕ੍ਰੇਸੀ ਦਾ ਵਿਦ ਦਾ ਇਲੈਕਟੋਰਲ ਡੈਮੋਕ੍ਰੇਸੀ, ਜਿਹੜੀ ਕਿ ਕਨਸਟੀਟਿਊਸ਼ਨ ਨੂੰ ਡਾਇਰੈਕਟ ਚੈਲੰਜ ਕਰੂਗੀ। ਦੈਟਸ ਵਾਟ ਇਜ਼ ਹੈਪਨਿੰਗ। ਉਹਨਾਂ ਨੇ ਕਿਹਾ ਸੀ ਸੋਸ਼ਲ ਜਿਹੜੀ ਡੈਮੋਕ੍ਰੇਸੀ ਉਹਦੇ ਵਿੱਚ ਪੀਪਲ ਸ਼ੁੱਡ ਹੈਵ ਲਿਬਰਟੀ, ਇਕੁਐਲਿਟੀ ਐਂਡ ਫੈਟਰਨਿਟੀ, ਬਰਾਬਰਤਾ ਹੋਵੇ। ਦੈਟ ਇਜ਼ ਅ ਪ੍ਰਿੰਸੀਪਲ ਆਫ ਲਾਈਫ। ਜਿਹੜੀ ਅਮਰਜ ਕੀਤੀ ਇੰਡੀਆ ਵਿੱਚ ਇਲੈਕਟੋਰਲ ਡੈਮੋਕ੍ਰੇਸੀ, ਜਿਵੇਂ ਹੁਣ ਉਹਦੇ 'ਚ ਆਇਆ ਕੌਣ ਆਏ? ਕਲਟ ਫਿਗਰਸ, ਕਲਟ ਪਰਸਨੈਲਿਟੀਜ਼, ਆਟੋਕ੍ਰੈਟਸ, ਡੈਮੋਗੋਗਸ ਤੇ ਡਿਕਟੇਟਰਸ, ਜਿਹੜੇ ਕਿ ਵਨ ਮੈਨ ਸ਼ੋ ਬਣੇ ਨੇ, ਭਾਵੇਂ ਚੁਣੇ ਵੋਟਾਂ ਨਾਲ ਹੀ ਗਏ ਨੇ। ਦੈਟ ਇਜ਼ ਦ ਬਿਗੇਸਟ ਐਂਡ ਦੈਟਸ ਵਾਟ ਹੈਜ਼ ਹੈਪਨਡ ਇਨ ਪੰਜਾਬ ਟੂ। ਇਹ ਇਕੱਲਾ ਕੇਜਰੀਵਾਲ ਵਾਲੇ ਨਹੀਂ ਹੋਇਆ, ਇਸ ਤੋਂ ਪਹਿਲੇ ਕੈਪਟਨ ਅਮਰਿੰਦਰ ਸਿੰਘ ਵੀ ਸਿੰਗਲ ਹੈਡ ਸੀਗਾ। ਉਸ ਤੋਂ ਬਾਅਦ ਸਰਦਾਰ ਚਰਨਜੀਤ ਸਿੰਘ ਚੰਨੀ ਆਏ ਤਾਂ ਚੰਨੀ ਚੰਨੀ ਸੀ, ਬਾਕੀ ਸਭ ਕੁਝ ਖਤਮ ਸੀ। ਉਸ ਤੋਂ ਵੱਡੀ ਉਦਾਹਰਨ ਹੈਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਸਹੀ, ਇਹ ਹੈਗੇ, ਇਹ ਇਲੈਕਟੋਰਲ ਡੈਮੋਕ੍ਰੇਸੀ ਆ ਜਿਹੜੀ ਕਿ ਬਹੁਤ ਵੱਡੀ ਫਲੌਡ ਆ, ਤੇ ਇਟ ਇਜ਼ ਅ ਡਾਇਰੈਕਟ ਚੈਲੰਜ ਟੂ ਸੋਸ਼ਲ ਡੈਮੋਕ੍ਰੇਸੀ, ਜਿਹਦੇ ਬਾਰੇ ਡਾਕਟਰ BR ਅੰਬੇਦਕਰ ਨੇ ਪਹਿਲੇ ਆਪਣਾ ਖਾਦਸਾ ਜ਼ਾਹਰ ਕੀਤੇ ਸੀ, ਆਪਣੇ ਫਿਕਰ ਦੱਸੇ ਸੀ ਕਿ ਕਿਤੇ ਆਹ ਗੱਲ ਨਾ ਹੋ ਜਾਵੇ। ਬਾਕੀ ਰਹੀ ਵੀ ਉਹਨਾਂ ਦੇ ਪਰਿਵਾਰ ਨੂੰ ਜਾਣਨਾ, ਮੇਰਾ ਖਿਆਲ ਇਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਉਹਨਾਂ ਦੇ ਨੇੜਲੇ ਪਰਿਵਾਰ ਦਾ ਬੰਦਾ ਪਿਛਲੇ 2 ਸਾਲਾਂ ਤੋਂ ਮਹਾਰਾਸ਼ਟਰ ਦੀ ਜੇਲ੍ਹ ਵਿੱਚ ਬੰਦ ਕੀਤਾ ਹੋਇਆ, ਉਹ ਕੋਰੇਗਾਉਨ ਇੰਸੀਡੈਂਟ ਕਰਕੇ, ਆਨੰਦ ਟੈਲਤੁੰਬਲੇ, ਜਿਹੜਾ ਕਿ ਬਹੁਤ ਨਾਮੀ ਸਕਾਲਰ ਆ, IIT ਦਾ ਗ੍ਰੈਜੂਏਟ ਆ, ਪ੍ਰੋਫੈਸਰ ਆ, ਕੋਈ ਉਹਨਾਂ ਦੀ ਆਵਾਜ਼ ਨਹੀਂ ਸੁਣੀ ਜਾ ਰਹੀ। ਇਹਨਾਂ ਨੂੰ ਪਤਾ ਹੀ ਨਹੀਂ ਹੋਣਾ ਮੇਰੇ ਖਿਆਲ ਇਸ ਗੱਲ ਬਾਰੇ। ਆਈ ਰੀਅਲੀ ਡਾਊਟ। ਫਿਰ ਇਹ ਕੁਛ ਨਾ ਕੁਛ ਸੋਚਾਂ ਨੂੰ ਜਿਹੜਾ ਅੱਗੇ ਲਿਆਉਣ ਦਾ ਯਤਨ ਤਾਂ ਕੀਤਾ ਜਾਂਦਾ ਹੈ, ਇਨਸਾਫ ਨਾਲ ਸੋਚਣਾ ਹੁੰਦਾ ਤੇ ਨਾ ਉਹਨਾਂ ਦੇ ਪੈਰੋਕਾਰਾਂ। ਚੰਗੀ ਗੱਲ ਤਾਂ ਇਹ ਸੀ ਕਿ ਪਹਿਲੇ ਮਤਲਬ ਕਿ ਨਵੀਂ ਸਰਕਾਰ ਆਈ ਹੈ, ਪਹਿਲੇ ਇਹਨਾਂ ਨੂੰ ਡਿਸਕਸ਼ਨ ਇਹ ਹੋਣੀ ਚਾਹੀਦੀ ਸੀ ਵਟ ਇਜ਼ ਦਾ ਮੇਨ ਇਸ਼ੂਜ਼ ਜਿਹੜੇ ਪੰਜਾਬ ਨੂੰ ਥੱਲੇ ਧਰਾਤਲ ਵੱਲ ਲੈ ਕੇ ਜਾ ਰਹੇ ਆ, ਉਹ ਕਿਹੜੇ ਇਸ਼ੂਜ਼ ਨੇ। ਸਭ ਤੋਂ ਪਹਿਲੇ ਤਾਂ ਵਿਧਾਨ ਸਭਾ ਦਾ ਤਾਂ ਚਲੋ ਹੁਣ ਇਸ਼ੂ ਉੱਠਿਆ ਬੁੱਤ ਲਾਉਣ ਕਰਕੇ, ਹੈ ਤਾਂ ਪਹਿਲੇ ਦਾ ਇਸ਼ੂ ਹੈਗਾ। ਹੁਣੇ ਚੰਡੀਗੜ੍ਹ 'ਚ ਐਡਮਿਨਿਸਟ੍ਰੇਟਿਵ ਚੇਂਜਿਸ ਹੋਈਆਂ ਨੇ, ਪੰਜਾਬ ਦੇ ਕੈਡਰ ਦੇ ਬੰਦੇ ਵਾਪਸ ਭੇਜੇ ਗਏ ਨੇ, ਉਹਨਾਂ ਦੀ ਥਾਂ ਤੇ ਦਿੱਲੀ ਕੈਡਰ ਦੇ ਬੰਦੇ ਆਏ ਨੇ। ਇਹ ਕਿਸ ਮੂੰਹ ਨਾਲ ਬੋਲਣਗੇ ਜਦੋਂ ਇਹ ਆਪ ਹੀ ਦਿੱਲੀ ਦੇ MLA ਨੂੰ ਚੱਕ ਕੇ ਲਿਆ ਕੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਬਣਾ ਰਹੇ। ਸਹੀ, ਦੈਟਸ ਅ ਡਾਇਰੈਕਟ ਇਸ਼ੂ। ਦੈਟ ਸ਼ੋਜ਼ ਕਿ ਵੀ ਡੋਂਟ ਕੇਅਰ। ਅਸੀਂ ਸਿਰਫ ਇੱਕ ਹਵਾ ਦਾ ਜਿੱਧਰ ਨੂੰ ਰੁੱਖ ਆ, ਹੁਣ ਪੀਲਾ ਰੁੱਖ ਚੱਲਿਆ ਹੋਇਆ ਬਸੰਤੀ, ਵੀ ਉਧਰ ਨੂੰ ਮੋੜ ਲਓ। ਸਹੀ। ਤੇ ਗਿੱਲ ਸਾਹਿਬ, ਮੇਰੇ ਕੋਲ 2 ਸਵਾਲ ਆਏ ਆ, ਦੋਨਾਂ ਚੋਂ ਇੱਕ ਬੜਾ ਲਾਜ਼ਮੀ ਹੈ। ਉਹ ਹੈ ਕਿ ਪੰਜਾਬ ਦਾ ਕਰਜ਼ਾ ਅੱਤਵਾਦ ਦੇ ਵੇਲੇ ਸ਼ੁਰੂ ਹੋਇਆ ਸੀ, ਜਿਹਦੇ ਖਰਚ ਦੀ ਸਿੱਧੀ ਜ਼ਿੰਮੇਵਾਰ ਕੇਂਦਰ ਸਰਕਾਰ ਸੀ। ਇਸ ਕਰਜ਼ੇ ਬਾਰੇ ਨਾ, ਉਹ 5-7 ਹਜ਼ਾਰ ਕਰੋੜ ਦਾ ਕਰਜ਼ਾ ਸੀਗਾ ਜੀ। ਇਹ ਜਦ ਦੀ 96 ਤੋਂ ਸਰਕਾਰ ਆਈ ਹੈ ਅਕਾਲੀ ਦਲ ਦੀ, ਕਦੀ ਗੁਜਰਾਲ ਪ੍ਰਾਈਮ ਮਿਨਿਸਟਰ ਸੀ, ਉਹ ਕਹਿੰਦੇ ਉਹਨਾਂ ਨੇ ਜੀ ਕਰਜ਼ਾ ਮੋੜਤਾ, ਤਾਂ ਉਹਦੇ ਇਹਨਾਂ ਨੇ ਬੇਟੇ ਨੂੰ ਨਰੇਸ਼ ਗੁਜਰਾਲ ਨੂੰ ਰਾਜਾ ਸਭਾ 'ਚ ਭੇਜਤਾ ਐਜ਼ ਏ ਰਿਵਾਰਡ। ਉਸ ਤੋਂ ਬਾਅਦ ਹੋਰ ਸਰਕਾਰਾਂ ਆਈਆਂ, ਫਿਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹਾਂ ਕਰਜ਼ਾ, ਉਹ ਉਦੋਂ ਵੀ ਰੌਲਾ ਪੈਂਦਾ ਰਿਹਾ ਵੀ ਕਰਜ਼ਾ ਸ਼ਾਇਦ ਮੋੜ ਸਕਦਾ। ਹਜੇ ਤੱਕ ਉਹ 5-7 ਹਜ਼ਾਰ ਕਰੋੜ ਦਾ ਕਰਜ਼ਾ ਉਹੀ 3 ਲੱਖ ਕਰੋੜ 'ਚ ਤਬਦੀਲ ਹੋਇਆ ਹੈ। ਸੈਂਟਰ ਦੀ ਜ਼ਿੰਮੇਵਾਰੀ ਹੈਗੀ ਆ, ਮੈਂ ਮੰਨਦਾ, ਸਟੇਟ ਦੀ ਵੀ ਜ਼ਿੰਮੇਵਾਰੀ ਹੈ ਕਿ ਸਟੇਟ ਨੇ ਉਸ 'ਤੇ ਕਦੀ ਕੋਹ ਕੀਤੀ ਵੀ। ਉਹ ਇਸ਼ੂਜ਼ ਜਿਹਨੂੰ ਇਹ ਅੱਤਵਾਦ ਕਹਿੰਦੇ ਆ, ਅਸੀਂ ਉਹਨੂੰ ਸਿੱਖ ਸਟਰਗਲ ਕਹਿੰਦੇ ਆ। ਇਨਫੈਕਟ ਦਾ ਪੰਜਾਬ ਦਾ ਸਟਰਗਲ ਸੀਗਾ, ਇਟ ਵਾਸ ਫॉर ਦਾ ਪੰਜਾਬ ਦੀਆਂ ਐਸਪੀਰੇਸ਼ਨਸ, ਫੈਡਰਲਿਜ਼ਮ ਲਈ ਮੇਨ ਮੁੱਦਾ ਸੀਗਾ, ਜਿਹਨੂੰ ਇਹਨਾਂ ਨੇ ਇੱਕ ਸੈਪਰੇਟਿਜ਼ਮ ਦਾ ਨਾਂ ਦਿੱਤਾ ਹੈਗਾ। ਉਹਦੇ ਬਾਰੇ ਗੱਲ ਹੀ ਕਰ ਲਓ ਪਹਿਲੇ ਤਾਂ। ਅਕਾਊਂਟੇਬਿਲਿਟੀ ਲਿਆਓ ਕਿ ਪਤਾ ਲੱਗ ਜੂਗਾ। ਸੈਂਟਰ ਇਜ਼ ਰਿਸਪੋਂਸੀਬਲ ਫॉर दैट, ਆਈ ਬਿਲੀਵ ਇਨ दैट। ਪਰ ਉਹ ਤਾਂ ਕਹਿੰਦੇ ਵੀ ਅਸੀਂ ਬਹੁਤ ਚਿਰ ਪਹਿਲੇ ਕਰਜ਼ਾ ਦੇਤਾ ਹੋਇਆ। ਇੱਕ ਸਵਾਲ ਹੈ, ਕਹਿੰਦੇ ਆਮ ਆਦਮੀ ਪਾਰਟੀ ਦਾ ਕੀ ਭਵਿੱਖ ਹੈ? ਹਜੇ ਤੱਕ ਭਵਿੱਖ ਬਹੁਤ ਬ੍ਰਾਈਟ ਆ। ਲੋਕਾਂ ਨੂੰ ਹਜੇ ਇਹ ਨਹੀਂ ਪਤਾ ਵੀ ਉਹਨਾਂ ਨੇ ਚੁਣ ਕੀ ਲਿਆ ਹੈ। ਜਿਹੜੇ ਉਹ ਸੋਚਦੇ ਆ ਵੀ ਜਿਨ੍ਹਾਂ ਦਾ ਉਹਨਾਂ ਨੂੰ ਨਾਮ ਹੀ ਨਹੀਂ ਸੀ ਪਤਾ, ਉਹਨਾਂ ਨੂੰ ਵੀ ਉਹਨਾਂ ਨੇ ਵੋਟਾਂ ਪਾ ਦਿੱਤੀਆਂ। ਮੈਂ ਨਹੀਂ ਕਹਿੰਦਾ ਹਰ ਨਾਗਰਿਕ ਦਾ ਹੱਕ ਆ ਚੋਣ ਲੜਨ ਦਾ, ਚੁਣੇ ਜਾਣ ਦਾ, MLA ਬਣਨ ਦਾ,
ਪਰ ਕੁਛ ਨਾ ਕੁਛ ਉਹਨਾਂ ਦੀ ਸੋਚ ਤਾਂ ਪਤਾ ਹੋਣੀ ਚਾਹੀਦੀ ਹੈ ਵੀ ਇੱਕ ਆਮ ਆਦਮੀ ਹੋਣਾ ਹੀ ਸਭ ਕੁਝ ਸੰਪੂਰਨਤਾ ਨਹੀਂ ਹੈ। ਆਮ ਖਾਸ ਤਾਂ ਪਹਿਲੀ ਗੱਲ ਤਾਂ ਫਰਕ ਹੀ ਨਹੀਂ ਹੋਣਾ ਚਾਹੀਦਾ ਜੀ। ਗਿੱਲ ਸਾਹਿਬ, ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ, ਬਹੁਤ ਵੱਡਾ ਇਤਿਹਾਸ ਹੈ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਾਦਲ ਪਰਿਵਾਰ ਜਮਾਂ ਬੇਆਸ ਹੈ। ਇੱਕ ਜਾਂਚ ਕਮੇਟੀ ਬਣਾਈ ਹੈ, ਉਹ ਪਤਾ ਨਹੀਂ ਕੀ ਜਾਂਚ ਕਰੂਗੀ। ਪਹਿਲਾਂ ਕੋਰ ਕਮੇਟੀ ਵਾਲਿਆਂ ਨੇ ਅਸਤੀਫਾ ਮੰਗਿਆ ਸੀ, ਫਿਰ ਕਹਿੰਦੇ ਕੋਈ ਨਾ ਰੱਖ ਲਓ, ਅਸਤੀਫੇ ਦੀ ਵੀ ਲੋੜ ਨਹੀਂ। ਹੁਣ ਕੀ ਲੱਗਦਾ ਹੈ ਕਿਹੋ ਜਿਹਾ ਸਟਰਕਚਰ ਬਣਾਉਣ ਦੀ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਦਾ? ਮੈਂ ਨਾ ਇੱਕ ਬੜੀ ਪੁਰਾਣੀ ਕਹਾਵਤ ਆ, ਹਜ਼ਾਰਾਂ ਸਾਲਾਂ ਤੋਂ ਚੱਲੀ ਆ ਰਹੀ ਹੈ। ਇੱਕ ਵਪਾਰੀ ਸੀਗਾ, ਮਰਚੈਂਟ ਸੀਗਾ, ਯੂਰਪ ਦੀ ਸਟੋਰੀ ਹੈ। ਤੇ ਜਿਵੇਂ ਆਪਣੇ ਆੜਤੀ ਹੁੰਦੇ ਆ, ਇੱਕ ਉਸੇ ਸ਼ਹਿਰ ਦਾ ਵਿਚਾਰਾ ਨੋਬਲਮੈਨ ਸੀਗਾ, ਕੋਈ ਜ਼ਿਮੀਂਦਾਰ, ਪੈਸੇ ਦੀ ਲੋੜ ਸੀ ਤਾਂ ਉਹਨੇ ਉਹਦੇ ਤੋਂ ਕਰਜ਼ਾ ਲੈ ਲਿਆ। ਕਰਜ਼ਾ ਕਾਫੀ ਵੱਡਾ ਕਰਜ਼ਾ ਸੀਗਾ, ਪਰ ਕਰਜ਼ਾ ਮੋੜਨ ਤੋਂ ਪਹਿਲੇ ਉਹ ਜ਼ਿਮੀਂਦਾਰ ਦੀ, ਨੋਬਲਮੈਨ ਦੀ ਡੈਥ ਹੋ ਗਈ। ਵਪਾਰੀ ਨੂੰ ਫਿਕਰ ਪੈ ਗਿਆ ਵੀ ਯਾਰ ਮੇਰਾ ਕਰਜ਼ਾ ਵਾਪਸ ਕਿਵੇਂ ਆਊਗਾ, ਇਹ ਤਾਂ ਬਹੁਤ ਮਾੜੀ ਗੱਲ ਹੋਊਗੀ। ਪਰ ਵਪਾਰੀ ਕੋਲ ਇੱਕ ਹੁਨਰ ਸੀਗਾ, ਜਿਵੇਂ ਕਥਾ ਪ੍ਰਚਲਿਤ ਹੋਈ ਆ ਕਿ ਉਹ ਆਪਣਾ ਸਰੀਰ ਛੱਡ ਕੇ ਰੂਹ ਬਣ ਜਾਂਦਾ ਸੀ ਤੇ ਕਿਸੇ 'ਚ ਵੀ ਪ੍ਰਵੇਸ਼ ਕਰ ਸਕਦਾ ਸੀ। ਉਹਨੇ ਕਿਹਾ ਵੀ ਠੀਕ ਹੈ, ਮੈਂ ਆਪਣਾ ਸਰੀਰ ਛੱਡ ਦਿੰਦਾ, ਵੀ ਜਿਹੜਾ ਬੰਦਾ ਮਰ ਗਿਆ ਜ਼ਿਮੀਂਦਾਰ, ਮੈਂ ਉਹਦੀ ਰੂਹ 'ਚ ਐਂਟਰ ਕਰਕੇ ਉਹਦੇ ਨਾਲ ਹੀ ਉੱਤੇ ਚਲਿਆ ਜਾਣਾ, ਮੈਂ ਉੱਥੇ ਜਾ ਕੇ ਉਹਦੇ ਤੋਂ ਕਰਜ਼ਾ ਵਸੂਲ ਕਰਕੇ ਲਿਆਉਂ। ਉਹਨੇ ਐਂ ਕੀਤਾ ਜੀ, ਆਪਣੀ ਦੇਹ ਕਿਤੇ ਬੜੀ ਸੁਰੱਖਿਅਤ ਥਾਂ ਤੇ ਰੱਖਤੀ, ਜਾ ਕੇ ਉਹਦੀ ਰੂਹ ਵਿੱਚ ਐਂਟਰ ਕਰ ਗਿਆ। ਜਦੋਂ ਉਹ ਉਹਦੀ ਅਰਥੀ ਜ਼ਿਮੀਂਦਾਰ ਦੀ ਜਿਹੜੀ ਰੂਹ ਵਿੱਚ ਵੜਿਆ ਹੋਇਆ ਸੀ ਵਪਾਰੀ, ਫਿਸ਼ ਮਾਰਕੀਟ ਕੋਲੋਂ ਲੰਘੀ ਤਾਂ ਉੱਥੇ ਕਹਾਵਤ ਸੀ ਕਿ ਜਦੋਂ ਜੇ ਉੱਥੇ ਫਿਸ਼ ਜਿਹੜੀ ਵੱਡੀ ਮਰੀ ਪਈ ਆ ਉਹਦੇ ਮੂੰਹ ਤੇ ਸਮਾਈਲ ਆ ਜਾਏ ਨਾ, ਤਾਂ ਉਹ ਸੋਚਦੇ ਕਿ ਜਿਹੜੀ ਇਹ ਲੈ ਕੇ ਜਾ ਰਹੇ ਤੇ ਇਹਦੇ ਵਿੱਚ ਪ੍ਰੇਤ ਆਤਮਾ। ਲੋਕਾਂ ਨੇ ਰੌਲਾ ਪੈ ਗਿਆ ਵੀ ਪ੍ਰੇਤ ਆਤਮਾ ਪ੍ਰੇਤ ਆਤਮਾ। ਉਹਨਾਂ ਨੇ ਜਦੋਂ ਫਿਸ਼ ਹੱਸੀ ਤਾਂ ਲੋਕਾਂ ਨੇ ਬੋਡੀ ਸਾਰੀ ਲੀਰੋ ਲੀਰ ਕਰਤੀ, ਕੁਛ ਰਿਹਾ ਹੀ ਨਹੀਂ ਉਹਦਾ ਕਿ ਜਿਹਦਾ ਉਹ ਸੰਸਕਾਰ ਕਰ ਸਕਣ। ਉਹ ਵਪਾਰੀ ਵਿੱਚੋਂ ਨਿਕਲਿਆ, ਉਹਨੇ ਕਿਹਾ ਬੜਾ ਮਾੜਾ ਹੋ ਗਿਆ, ਮੈਂ ਹੁਣ ਚਲੋ ਆਪਣੀ ਦੇਹ 'ਚ ਹੀ ਵਾਪਸ ਚੱਲਦੇ, ਹੁਣ ਕੁਛ ਕਰ ਤਾਂ ਸਕਦੇ। ਜਦ ਨੂੰ ਉਹ ਆਪਣੀ ਦੇਹ ਕੋਲੇ ਗਿਆ, ਉਸ ਤੋਂ ਪਹਿਲੇ ਕੁਛ ਲੋਕ ਉੱਥੋਂ ਲੰਘ ਰਹੇ ਸੀ ਦੇਹ ਕੋਲੋਂ, ਸੋਚਿਆ ਵੀ ਲਾਵਾਰਸ ਲਾਸ਼ ਪਈ ਆ, ਇਹਨੂੰ ਸੰਸਕਾਰ ਕਰ ਲਈ। ਉਹ ਜਦੋਂ ਵਪਾਰੀ ਉੱਥੇ ਗਿਆ, ਨਾ ਤਾਂ ਉੱਥੇ ਦੇਹ ਸੀ, ਨਾ ਘਰ ਦੇ ਰਹੇ ਨਾ ਘਾਟ ਦੇ ਰਹੇ। ਆਹ ਅਕਾਲੀ ਦਲ ਦੀ ਸਥਿਤੀ ਹੋਊਗਾ ਕੀ? ਬੜੀ ਸੋਹਣੀ ਗੱਲ ਆ ਵੀ ਲੱਭਦੇ ਫਿਰਦੇ ਆ, ਤਲਾਸ਼ ਕਰਦੇ ਨੇ, ਪਰ ਦਿਸ਼ਾ ਹੈ ਨਹੀਂ। ਤੁਹਾਡੇ ਬਾਰੇ ਵੀ ਹੈ ਕਿ ਤੁਸੀਂ ਪੰਜਾਬ ਦੇ ਸੁਧਾਰ ਦੇ ਲਈ ਪੋਲਿਟਿਕਸ ਦੇ ਵਿੱਚ ਆਉਂਗੇ? ਮੌਕਾ ਮਿਲਿਆ ਤਾਂ ਜ਼ਰੂਰ ਆਉਂਗੇ। ਲਓ ਜੀ, ਇਹ ਵੀ ਕਲੀਅਰ ਹੋ ਗਿਆ। ਤੇ ਅਮਰਜੀਤ ਸਿੰਘ ਗਰੇਵਾਲ ਜ਼ਹੀਨ ਲੋਕਾਂ ਦੇ ਵਿੱਚੋਂ ਇੱਕ ਨੇ, ਔਰ ਹਾਂਗਕਾਂਗ ਤੋਂ ਸਾਨੂੰ ਸੁਣਦੇ ਨੇ, ਸਵਾਲ ਵੀ ਭੇਜਿਆ ਕਿ ਸਭ ਤੋਂ ਵੱਡਾ ਡਰ ਇਹ ਹੈ ਕਿ ਰਾਜ ਸਭਾ ਦੇ ਮੈਂਬਰ ਆ ਜਿਹੜੇ, ਉਹ 370 ਵਰਗੇ ਮੁੱਦੇ ਦੇ ਉੱਤੇ ਕਿਹਦੇ ਹੱਕ 'ਚ ਭੁਗਤਣਗੇ? ਬਿਨਾਂ ਸ਼ੱਕ ਮੋਦੀ ਦੇ ਹੱਕ 'ਚ ਹੀ ਭੁਗਤਣਗੇ, ਮੈਨੂੰ ਤਾਂ ਐਂ ਲੱਗਦਾ। ਤੁਸੀਂ ਕੀ ਸੋਚ ਰਹੇ ਹੋ? ਇੱਕ ਵਾਰੀ ਰਿਪੀਟ ਕਰੋ ਕਿ 370 ਵਰਗੇ ਮੁੱਦੇ ਦੇ ਉੱਤੇ ਪੰਜਾਬ ਦੇ ਰਾਜ ਸਭਾ ਮੈਂਬਰ ਕਿਹਦੇ ਹੱਕ 'ਚ ਜਾਣਗੇ? ਇਹ ਤਾਂ ਜਾਣਗੇ ਪ੍ਰਾਈਮ ਮਿਨਿਸਟਰ ਮੋਦੀ ਦੇ ਹੱਕ 'ਚ, ਕਿਉਂਕਿ ਕੇਜਰੀਵਾਲ ਨੇ ਤਾਂ ਬੜਾ ਬੋਲਡਲੀ ਉਸ ਦਾ ਇਹ ਸਵਾਗਤ ਕੀਤਾ ਸੀ ਜਦੋਂ ਜੰਮੂ ਕਸ਼ਮੀਰ ਭੰਨਿਆ। ਸਹੀ, ਤਾਂ ਵੈਰੀ ਕਲੀਅਰ ਸਟੇਟਮੈਂਟ ਸੀ। ਇਵਨ ਅਕਾਲੀ ਦਲ ਨੇ, ਜਿਹੜੇ ਇਹਨਾਂ ਦੇ ਮੈਂਬਰ ਪਾਰਲੀਮੈਂਟ ਸੁਖਬੀਰ ਬਾਦਲ ਹੋਣੀ, ਇਹਨਾਂ ਨੇ ਵੈਲਕਮ ਕੀਤਾ ਸੀਗਾ ਜਦੋਂ ਜੰਮੂ ਕਸ਼ਮੀਰ ਦਾ ਫੈਡਰਲ ਸਟਰਕਚਰ ਤੋੜੇ। ਇੱਕ ਹੋਰ ਵਿਊ ਮੰਗ ਰਹੇ ਆ ਪ੍ਰਿਤਪਾਲ ਮਲਕਾਣਾ ਹੋਰੇ, ਕਹਿੰਦੇ ਕਿ ਸੰਨ 2000 ਤੋਂ ਬਾਅਦ ਵਿੱਤ ਮੰਤਰੀ ਤੇ ਮੁੱਖ ਮੰਤਰੀ ਰਹੇ ਨੇ, ਚੜੇ ਕਰਜ਼ੇ ਨੂੰ ਲਾਉਣ ਲਈ ਜ਼ਿੰਮੇਵਾਰ ਨਹੀਂ ਹੈ। ਹਾਂ, ਇਹਨਾਂ ਦੀ ਫਿਜ਼ੀਕਲ ਪਾਲਿਸੀਜ਼ ਜਿਹੜੀਆਂ ਹੈਗੀਆਂ ਡਾਇਰੈਕਟਲੀ ਰਿਸਪੌਂਸੀਬਲ ਆ, ਜਿਹਦੇ ਕਰਕੇ ਪੰਜਾਬ 'ਤੇ ਇੰਨਾ ਕਰਜ਼ਾ ਚੜ੍ਹਿਆ। ਕੋਈ ਆਪਣੇ ਕੋਲ ਆਊਟਲੈਟ ਨਹੀਂ ਹੈਗੀ। ਇਹ ਕਹਿੰਦੇ ਵੀ ਅਸੀਂ ਇੰਪਲੋਇਮੈਂਟ ਖਤਮ ਕਰਦਾ। ਮੈਂ ਪਿਛਲੀ ਵਾਰੀ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਕਿ 40 ਲੱਖ ਤੋਂ ਉੱਤੇ ਜਿਹੜੀ ਅਨਇੰਪਲੋਇਮੈਂਟ ਆ ਪੰਜਾਬ 'ਚ, ਇੰਨਾ ਨੰਬਰ ਜਿਹੜਾ ਕਿ ਫਿਗਰਸ ਸਰਵੇਸ ਵੱਲੋਂ ਆ ਰਿਹਾ ਜੀ। ਹੁਣ ਵੀ ਵਿਜੀਲੈਂਟਿਜ਼ਮ ਨੂੰ ਇਹ ਸ਼ਹਿ ਦੇ ਰਹੇ ਨੇ। ਜਿਵੇਂ ਕੱਲ੍ਹ ਥਾਣੇ ਵਿੱਚ ਡਰਾਮਾ ਹੋਇਆ, ਫਿਰ ਕੱਲ੍ਹ ਮੋਗੇ ਇੱਕ ਵਿਚਾਰਾ ਯੰਗ ਮੁੰਡਾ, ਭਾਵੇਂ ਕਹਿੰਦੇ ਉਹਨੇ ਚੋਰੀ ਕੀਤੀ, ਉਹਨੂੰ ਖੰਭੇ ਨਾਲ ਬੰਨ੍ਹ ਕੇ ਮੌਬ ਵੱਲੋਂ ਕੁੱਟਿਆ ਗਿਆ। ਵੇਅਰ ਆਰ ਵੀ ਲੀਡਿੰਗ ਟੂ?
ਐਸਐਸਪੀ ਜਿਹੜਾ ਹੈਗਾ ਮੋਹਾਲੀ ਵਾਲਾ, ਉਹਨੇ ਬਾਹਰ ਬੋਰਡ ਹੀ ਲਾਤਾ ਵੀ ਜਦੋਂ ਥਾਣੇ ਹੋਣਾ ਫੋਨ ਲੈ ਕੇ ਨਹੀਂ ਹੋਣਾ। ਆਪਾਂ ਡਰ ਕ੍ਰੀਏਟ ਕਰ ਰਹੇ ਹਾਂ, ਫਿਰ ਸਾਈਕੋਸਿਸ ਕਰ ਰਹੇ ਹਾਂ ਕਿ ਆਪਾਂ ਲੋਕਾਂ ਨੂੰ ਸਮਝਾਉਣਾ ਜਾਂ ਉਹਨਾਂ ਦਾ ਕੌਨਫੀਡੈਂਸ, ਮਨੋਬਲ ਵਧਾਉਣਾ ਜੀ, ਕਿਸ ਦਿਸ਼ਾ ਵੱਲ ਆਪਾਂ ਲੈ ਕੇ ਜਾਣਾ। ਸਹੀ। ਅੱਛਾ, ਇੱਥੇ ਉਹ ਜਿਹੜੀ ਐਂਟੀ ਕਰਪਸ਼ਨ ਹੈਲਪਲਾਈਨ ਸ਼ੁਰੂ ਕੀਤੀ ਗਈ ਆ, ਉਹਦੇ ਤੇ ਤੁਹਾਡੇ ਕੀ ਵਿਊ ਨੇ? ਹੈਲਪਲਾਈਨ ਇਹ ਤਾਂ ਪਹਿਲੇ ਪੰਜਾਬ ਵਿੱਚ ਲੋਕਪਾਲ ਹੈ ਨਾ, ਵਿਜੀਲੈਂਸ ਏਜੰਸੀ ਹੈਗੀ ਆ, ਪੁਲਿਸ ਤੇ ਜਿਹੜੀ ਨਿਗਾਹ ਰੱਖਣ ਲਈ ਬਣੀ ਹੋਈ ਆ, ਹੋਰ ਵੀ ਅਦਾਰੇ ਹੈਗੇ ਆ ਜਿਹੜੀਆਂ ਕੰਮ, ਜਿਹੜੀਆਂ ਕਮੇਟੀਜ਼ ਹੈਗੀਆਂ ਨੇ ਜਿਹੜੀ ਇਸ ਇਸ਼ੂ ਬਾਰੇ ਦੇਖਣ ਲਈ ਬਣਾਈਆਂ ਗਈਆਂ ਨੇ ਜੀ। ਇੱਕ ਹੋਰ ਹੈਲਪਲਾਈਨ ਕ੍ਰੀਏਟ ਕਰਕੇ ਮੇਰੇ ਖਿਆਲ ਨਾਲ ਤਾਂ ਸਵਾਏ ਲੋਕਾਂ 'ਚ ਡਰ ਪੈਦਾ ਕਰਨ ਤੋਂ ਬਜਾਏ ਇਹਦਾ ਕੋਈ ਹੋਰ ਮਕਸਦ ਨਹੀਂ। ਕਰਪਸ਼ਨ ਐ ਨਹੀਂ ਖਤਮ ਹੁੰਦੀ। ਤੁਹਾਡਾ ਕੀ ਖਿਆਲ ਆ ਵੀ ਵੈਸਟਰਨ ਵਰਲਡ ਵਿੱਚ ਕਰਪਸ਼ਨ ਨਹੀਂ ਹੈਗੀ? ਘੱਟ ਹੈਗੀ ਆ, ਵੇਜ਼ ਡਿਫਰੈਂਟ ਨੇ, ਪਰ ਮੇਨ ਇਸ਼ੂ ਆ ਕਿ ਆਮ ਲੋਕਾਂ ਦਾ ਕੰਮ ਹੋਣਾ ਚਾਹੀਦਾ ਵਿਦਆਊਟ ਹੈਸਲ। ਆ ਜ਼ਿਆਦਾ ਇੰਪੋਰਟੈਂਟ ਆ ਰੈਦਰ ਦੈਨ ਕਿ ਆਪਾਂ ਕੋਈ ਇੱਦਾਂ ਦੀ ਤਲਵਾਰ ਖੜੀ ਕਰ ਦਾਂਗੇ। ਤਾਂ ਕੁਐਸਚਨਸ ਤਾਂ ਫਿਰ ਇਹਨਾਂ ਤੇ ਵੀ ਉੱਠਣਗੇ, ਆਪ ਆਦਮੀ ਤੇ ਵੀ, ਜਿਹੜੇ ਇਹਨਾਂ ਨੇ ਕਈ 100 ਕਰੋੜ ਰੁਪਇਆ ਇਲੈਕਸ਼ਨ ਤੇ ਲਾਇਆ, ਉਹ ਕਿੱਥੋਂ ਲੈ ਕੇ ਆਏ ਇਹ? ਉਹ ਵੀ ਤਾਂ ਕਿਸੇ ਨੇ ਦਿੱਤਾ ਹੀ ਹੈ ਨਾ। ਤੇ ਹੁਣ ਰਾਜ ਸਭਾ ਦੇ ਐਮਪੀ ਬਣਾਉਣ ਵੇਲੇ ਇਹਨਾਂ ਨੇ ਇੰਡਸਟਰੀਅਲਿਸਟ ਨੂੰ ਹੀ ਕਿਉਂ ਪ੍ਰੈਫਰ ਕੀਤਾ? ਕੋਈ ਆਮ ਬੰਦਾ ਹੈ ਨਹੀਂ ਜੀ। ਇੱਕ ਸਵਾਲ ਇਹ ਹੈ ਕਿ ਪੰਜਾਬ ਨੂੰ ਜਿਹੜੇ ਹੱਕ ਸੀਗੇ ਕੇਂਦਰ ਦੇ ਵੱਲੋਂ ਉਹ ਨਹੀਂ ਮਿਲੇ, 47 ਤੋਂ ਬਾਅਦ ਨਹੀਂ ਮਿਲੇ, ਇਹਨਾਂ ਦਾ ਹੱਲ ਕੀ ਹੈ? ਔਰ ਇਹਦੇ ਨਾਲ ਹੀ ਜੁੜਦਾ ਇੱਕ ਹੋਰ ਸਵਾਲ ਵੀ ਹੈ, ਮੇਰੇ ਖਿਆਲ 'ਚ ਦੋਨਾਂ ਦਾ ਜਵਾਬ ਇਕੱਠਾ ਹੀ ਦੇ ਦੋਗੇ। ਉਹ ਇਹ ਹੈ ਕਿ ਕਹਿੰਦੇ 75 ਸਾਲ ਹੋ ਗਏ ਸਾਨੂੰ ਹੱਕਾਂ ਦੀ ਗੱਲ ਕਰਦਿਆਂ ਨੂੰ, ਇੰਡੀਆ ਦੇ ਨਾਲ ਰਹਿ ਕੇ ਹੱਕ ਨਹੀਂ ਮਿਲਦੇ, ਤੇ ਫਿਰ ਕਿਵੇਂ ਮਿਲਣਗੇ? ਹੱਕ ਲੈਣ ਨਾਲ ਇਹ ਜ਼ਰੂਰੀ ਨਹੀਂਗਾ ਕਿ ਆਪਾਂ ਸੈਪਰੇਟਿਜ਼ਮ ਨੂੰ ਜੋੜੀ ਜਾਏ। ਹੱਕ ਲੈਣ ਲਈ ਪਹਿਲੇ ਆਪਣੇ ਆਪ ਨੂੰ ਆਰਟੀਕੂਲੇਟ ਕਰਨਾ ਪੈਣਾ, ਵੈਰੀ ਕਲੀਅਰਲੀ ਡਿਫਾਈਨ ਕਰਨਾ ਪੈਣਾ ਕਿ ਅਸੀਂ ਕੀ ਚਾਹੁੰਦੇ ਹਾਂ। ਸਹੀ। ਜਦੋਂ ਪੰਜਾਬੀ ਸੂਬਾ ਬਣਿਆ ਜਾਂ 1947 ਵੇਲੇ ਵੰਡ ਹੋਈ ਜੀ, ਉਦੋਂ ਡਾਇਲਾਗ ਦੇ ਵਿੱਚ ਪੰਜਾਬ ਵੱਲੋਂ ਸਿੱਖਾਂ ਦੀ ਇੱਕ ਧਿਰ ਤੀਜੀ ਧਿਰ ਵਜੋਂ ਉੱਥੇ ਜਾਂਦੀ ਰਹੀ ਹੈ ਜੀ। ਉਹ ਕਹਿੰਦੇ ਹੁੰਦੇ ਨਾ ਵੀ ਆਪਣੇ ਭਵਿੱਖ ਦੀ ਤੇ ਆਪਣੇ ਅਤੀਤ ਦੀ ਪਛਾਣ ਹੋਣੀ ਚਾਹੀਦੀ ਆ, ਤਾਂ ਹੀ ਹੱਕਾਂ ਬਾਰੇ ਤੁਸੀਂ ਕਲੀਅਰ ਹੋ ਸਕਦੇ। ਆਪਾਂ ਨੂੰ ਜਿਸ ਤਰ੍ਹਾਂ ਹਮੇਸ਼ਾ ਕਾਨਫਲਿਕਟ ਪੋਲਿਟਿਕਸ ਵਿੱਚ ਲਿਆਂਦਾ, ਆਪਾਂ ਹੱਕ ਮੰਗਣੇ ਅੱਡ ਗੱਲ ਆ, ਪਰ ਉਹਦੇ ਰਾਹੀਂ ਕਨਫਰੰਟੇਸ਼ਨ ਲੈਣੀ ਅੱਡ ਗੱਲ ਆ। ਹੱਕਾਂ ਲਈ ਲੜਦਿਆਂ ਲੋਕਾਂ ਨੂੰ 100-100 ਸਾਲ 200-200 ਸਾਲ ਵੀ ਲੱਗ ਜਾਂਦੇ ਆ, ਹਜੇ ਤੱਕ ਕੋਈ ਬਹੁਤਾ ਵਰੇ ਨਹੀਂ ਹੋਏ, ਪਰ ਆਪਾਂ ਤਾਂ ਪਹਿਲੀ ਭੁੱਲ ਭੁਲਾਈ ਗਏ ਵੀ ਸਾਡੇ 'ਚ ਇੰਨਾ ਦਮ ਹੀ ਨਹੀਂ। 20-22 ਸਾਲ ਤਾਂ ਸਾਡੇ ਹੀ ਲੱਗ ਗਏ। ਸਹੀ ਗੱਲ। ਇਸ ਕਰਕੇ ਹੱਕ ਤਾਂ ਆਪਣੇ ਖੜੇ ਨੇ, ਪਰ ਉਹਨਾਂ ਨੂੰ ਆਪਾਂ ਕਲੀਅਰਲੀ ਡਿਫਾਈਨ ਕਰਕੇ ਪਹਿਲੇ ਤਾਂ ਲੋਕਾਂ ਵਿੱਚ ਪੰਜਾਬ ਦੇ 'ਚ ਜਾਗਰਤਾ ਕਰੀਏ ਵੀ ਇਕੱਲੇ ਸਿੱਖ ਇਸ਼ੂਜ਼ ਨਹੀਂ ਹੈਗੇ ਜੀ ਸਰ, ਪੰਜਾਬ ਇਸ਼ੂ। ਜੇ ਭਾਖੜਾ ਸਾਡੇ ਤੋਂ ਖੋਇਆ ਤਾਂ ਭਾਖੜਾ ਸਾਡੇ ਪੰਜਾਬ ਦਾ, ਜੇ ਚੰਡੀਗੜ੍ਹ ਸਾਡਾ ਖੋਇਆ ਹੈ ਤਾਂ ਚੰਡੀਗੜ੍ਹ ਪੰਜਾਬ ਦਾ, ਸਿੱਖਾਂ ਦਾ ਨਹੀਂ ਗਾ ਇਕੱਲਾ। ਜੇ ਚੰਡੀਗੜ੍ਹ 'ਚੋਂ ਸਾਡੇ ਅਫਸਰ ਭਜਾਏ ਜਾ ਰਹੇ ਨੇ ਤਾਂ ਸਾਡੇ ਪੰਜਾਬ ਦੇ ਆਫਿਸਰ ਨੇ, ਸਾਡੇ ਹੱਕ ਭਜਾਏ ਜਾ ਰਹੇ। ਜੇ ਵਿਧਾਨ ਸਭਾ ਸਾਡੇ ਕੋਲੇ ਮਲਕੀਅਤ ਹੈ ਨਹੀਂ ਤਾਂ ਪੰਜਾਬ ਦੇ ਲਈ ਇੱਕ ਖਾਦਸਾ ਹੈਗਾ ਵੀ ਆਹ ਹੋ ਕੀ ਰਿਹਾ। ਸਾਡੇ ਕੋਲ ਸਾਡੀ ਹਾਈ ਕੋਰਟ ਹੈ ਨਹੀਂ, ਸਾਡੇ ਕੋਲ ਸਾਡੇ ਪਾਣੀਆਂ ਦਾ ਹੱਕ ਹੈ ਨਹੀਂ, ਤੇ ਦਿੱਲੀ ਵਾਲੇ ਤਾਂ ਪਹਿਲੀ ਕੇਜਰੀਵਾਲ ਨੂੰ ਕਹਿੰਦੇ ਸੀ ਪਾਣੀ ਦਿਓ ਸਾਡਾ। ਤਾਂ ਹੀ ਤਾਂ ਹਰਿਆਣਾ ਚੀਫ ਮਿਨਿਸਟਰ ਨੇ ਬਿਆਨ ਕੀਤਾ ਸੀਗਾ, ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਨੇ, ਵੀ ਹੁਣ ਤਾਂ ਪਾਣੀ ਦੇਣਾ ਹੀ ਪਊਗਾ। ਇੱਕ ਹੋਰ ਸਵਾਲ ਹੈ ਕਿ ਹੁਣ ਪੰਥਕ ਪੋਲਿਟਿਕਸ ਕਿਵੇਂ ਰਿਵਾਈਵ ਹੋ ਸਕਦੀ ਹੈ? ਪੰਥਕ ਪੋਲਿਟਿਕਸ ਪਹਿਲੇ ਤਾਂ ਟੂ ਬਿਗਿਨ ਵਿਦ ਸਰ ਪ੍ਰਕਾਸ਼ ਸਿੰਘ ਬਾਦਲ ਹੈਜ਼ ਟੂ ਰਿਟਾਇਰ ਜੀ। ਉਸ ਤੋਂ ਬਾਅਦ ਸਰ ਸੁਖਬੀਰ ਸਿੰਘ ਬਾਦਲ ਹੈਜ਼ ਟੂ ਗੋ ਔਨ, ਮਤਲਬ ਕਿ ਲੌਂਗ ਲੀਵ, ਜੇ ਨਹੀਂ ਵੀ ਰਿਜ਼ਾਈਨ ਕਰਨਾ। ਜਿਹੜੀ ਮੇਨ ਇਸ ਤੋਂ ਵੀ ਵੱਡੀ ਗੱਲ ਆ, ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਨਾਲੋਂ ਬਾਦਲ ਨਾਮ ਮੰਨਫੀ ਹੋਣਾ ਚਾਹੀਦਾ। ਇਟ ਸ਼ੁਡ ਜਸਟ ਬੀ ਨੋਨ ਐਜ਼ ਸ਼੍ਰੋਮਣੀ ਅਕਾਲੀ ਦਲ। ਤੇ ਹੁਣ ਵੀ ਤਾਂ ਇਹ
ਸਟੇਟਮੈਂਟਸ ਦੇ ਰਹੇ ਵੀ ਐਸਜੀਪੀਸੀ ਦਾ ਕੱਲ ਸਰਪ੍ਰਕਾਸ਼ ਸਿੰਘ ਬਾਦਲ ਦਾ ਬਿਆਨ ਆਇਆ ਵੀ ਐਸਜੀਪੀਸੀ ਬਾਰੇ ਫਿਕਰ ਕਰੋ। ਪਹਿਲੇ ਤਾਂ ਇਹਨਾਂ ਦੀ 1998 ਸਟੇਟਮੈਂਟ ਸੀ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਹੈ ਹੀ ਸਾਡਾ ਅੰਗ, ਨਾ ਕਿ ਅਸੀਂ ਉਹਦੇ ਅੰਗ। ਹੁਣ ਫਿਕਰ ਇਹਨਾਂ ਨੂੰ ਇਹ ਪੈ ਗਿਆ ਕਿ ਸਾਡੀ ਜਿਹੜੀ ਜਿਹਦੀ ਛਤਰ ਛਾਇਆ ਥੱਲੇ ਅਸੀਂ ਚੱਲਦੇ ਰਹੇ ਹਾਂ, ਕਿਤੇ ਉਹ ਵੀ ਨਾ ਸਾਡੇ ਤੋਂ ਪੁੱਛ ਜਾਵੇ। ਜਿਵੇਂ ਹਾਲਾਤ ਲੱਗਦੇ ਨੇ ਉਹ ਦਿਨ ਬਹੁਤ ਹੀ ਦੂਰ ਨਹੀਂ ਹੈਗਾ ਜੀ। ਪਿਰਤਪਾਲ ਮਲਕਾਣਾ ਹੋਰਾਂ ਦਾ ਸਵਾਲ ਹੈ ਜੀ ਕਿ ਪੰਜਾਬ ਦੇ ਵਿੱਚ ਬਾਦਲ ਸਾਹਿਬ ਤੋਂ ਕੀ ਕਮੀ ਰਹਿ ਗਈ ਸੀ ਜਿਹੜੇ ਬਿਨਾਂ ਸ਼ਰਤ ਬੀਜੇਪੀ ਦੀ ਹਮਾਇਤ ਕਰਦੇ ਸੀ ਤੇ ਪੰਜਾਬ ਉੱਜੜਦਾ ਵੀ ਰਿਹਾ। ਇਹ ਵੀ ਤਾਂ ਪੰਜਾਬੀ ਹੋਈ ਆ ਕਹਿੰਦੇ। ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਆਪਾਂ ਪੋਲਿਟਿਕਸ ਤੇ ਝਾਤ ਮਾਰੀਏ ਹੈ ਤਾਂ ਵਿਚਾਰੇ ਬਹੁਤ ਲੰਮਾ ਸਫ਼ਰ ਉਹਨਾਂ ਨੇ ਪੋਲੀਟੀਕਲ ਕੈਰੀਅਰ ਲਿਆ, ਪਰ ਆਲਵੇਜ਼ ਉਹਨਾਂ ਦੀ ਸੈਲਫ ਸੈਂਟਰਡ ਸੋਚ ਰਹੀ ਹੈ, ਫੈਮਿਲੀ ਓਰੀਐਂਟਡ, ਨਾ ਕਿ ਪੰਜਾਬ ਓਰੀਐਂਟਡ ਰਹੀ। ਸਿੱਖ ਓਰੀਐਂਟਡ ਹੋਣਾ ਤਾਂ ਬਹੁਤ ਦੂਰ ਦੀ ਗੱਲ ਹੈ, ਇੱਥੇ ਘੱਟ ਰਹੀ। ਤੇ ਇੱਕ ਅਗਲਾ ਸਵਾਲ ਕਰਕੇ ਆਪਾਂ ਲੈ ਕੇ ਫਿਰ ਗੱਲ ਨੂੰ ਨਿਬੇੜਦੇ ਹਾਂ। ਇਹ ਕਹਿੰਦੇ ਵੀ ਆਪ ਵਾਲੇ ਬੀਜੇਪੀ ਦੇ ਖਿਲਾਫ ਗੁਜਰਾਤ ਦੇ ਵਿੱਚ ਚੋਣਾਂ ਲੜਨਗੇ। ਇਹ ਤਾਂ ਮੈਂ ਵੀ ਮੰਨਦਾ। ਤੇ ਜਿਹੜੀ ਗੱਲ ਕਹਿੰਦੇ ਹੁੰਦੇ ਨਾ, ਸ਼ਾਇਦ ਇੱਥੇ ਇਹੀ ਜਾਣਨ ਦਾ ਯਤਨ ਕੀਤਾ ਕਿ ਬੀਜੇਪੀ ਨਾਲ ਮਿਲੇ ਹੋਏ ਆ, ਇਹਨਾਂ ਤੇ ਤੁਹਾਡਾ ਕੀ ਵਿਊ ਹੈ? ਬੀਜੇਪੀ ਨਾਲ ਹੀ ਇਹ ਮਿਲੇ ਹੋਏ, ਜਿੱਥੋਂ ਤੱਕ ਮੇਰਾ ਐਨਾਲਿਸਿਸ। ਇੱਕ ਹਿੰਦੂਤਵਾ ਦਾ ਦੂਜਾ ਚਿਹਰਾ, ਜਿਹੜੇ ਕਿ ਇਹ ਵੀ ਹਿੰਦੂ ਰਾਸ਼ਟਰ ਦੇ ਮਦਈ, ਇਹਨਾਂ ਦਾ ਉਸ ਚੀਜ਼ ਨੂੰ ਪ੍ਰੈਜ਼ੈਂਟ ਕਰਨ ਦਾ ਵੇ ਡਿਫਰੈਂਟ ਆ। ਤੇ ਜੇ ਇਹਨਾਂ ਦੀ ਆਪਾਂ ਨੈਸ਼ਨਲ ਜਮਾਤ ਦੇਖੀਏ, RSS, ਉਹਨਾਂ ਲਈ ਤਾਂ ਮੇਰੇ ਖਿਆਲ ਇਹ ਵੀ ਇੱਕ ਸੂਟੇਬਲ ਚਿਹਰਾ ਹੈਗਾ। ਵੀ ਜੇ ਉਹਨਾਂ ਨੂੰ ਲੱਗਿਆ ਕਿ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਡਿਸਪੈਂਸ ਆਫ ਕਰਨਾ, ਤਾਂ ਵੀ ਹੈਵ ਅਨਦਰ ਚੋਇਸ ਇਨ ਦਾ ਫਾਰਮ ਆਫ ਅਰਵਿੰਦ ਕੇਜਰੀਵਾਲ। ਸਹੀ। ਸੋ ਉੱਥੇ ਲੜਾਈ ਹੋਊਗੀ ਵੀ ਹਿੰਦੂ ਰਾਸ਼ਟਰਵਾਦੀ ਕਿਹੜਾ ਜ਼ਿਆਦੇ। ਸਹੀ। ਬਹੁਤ ਮਿਹਰਬਾਨੀ ਗਿੱਲ ਸਾਹਿਬ, ਕੀਮਤੀ ਵਿਚਾਰਾਂ ਦੇ ਨਾਲ ਸਾਂਝ ਪਾਉਣ ਦੇ ਵਾਸਤੇ ਤੁਸੀਂ ਜੁੜੇ ਹੋ। ਸਰਦਾਰ ਰਣਜੀਤ ਸਿੰਘ ਕੁੱਕੀ ਗਿੱਲ, ਡਾਕਟਰ ਖੇਮ ਸਿੰਘ ਗਿੱਲ ਵਾਈਸ ਚਾਂਸਲਰ ਉਹਨਾਂ ਦੇ ਸਪੁੱਤਰ ਨੇ, ਔਰ ਸਿੱਖ ਸੰਘਰਸ਼, ਸਿੱਖ ਸਟਰਗਲ, ਜਿਹਨੂੰ ਲੋਕ ਅੱਤਵਾਦ ਦੇ ਨਾਂ ਨਾਲ ਵੀ ਜਾਣਦੇ, ਉਹਨਾਂ 'ਚ ਇਹਨਾਂ ਦਾ ਯੋਗਦਾਨ ਕਿਹੋ ਜਿਹਾ, ਜੇ ਲੱਭਣਾ ਹੋਵੇ ਤਾਂ ਤੇ ਡਾਟਾ ਚੱਕ ਲਿਓ, ਕਾਫੀ ਕੁਛ ਮਿਲੂਗਾ ਔਰ ਇੱਕ ਵੱਖਰੀ ਸੋਚ ਤੁਹਾਨੂੰ ਮਿਲੂਗੀ। ਅੱਜ ਆਪਣੇ ਨਾਲ ਸੀ, ਅਗਲੇ ਹਫ਼ਤੇ ਫੇਰ ਅਸੀਂ ਜੁੜਾਂਗੇ। ਔਰ ਤੁਸੀਂ ਸਾਡੇ ਚੈਨਲ PNO ਮੀਡੀਆ ਗਰੁੱਪ ਜਾਂ ਪੇਜ ਸੁਖਨੈਬ ਸਿੰਘ ਸਿੱਧੂ, ਇੱਥੇ ਕੋਈ ਵੀ ਸਵਾਲ ਛੱਡ ਸਕਦੇ ਹੋ ਜਿਹੜਾ ਸਿੱਧਾ ਪੁੱਛਿਆ ਜਾ ਸਕਦਾ। ਔਰ ਜੇ ਗੱਲ ਚੰਗੀ ਲੱਗੇ, ਜੇ ਤੁਹਾਨੂੰ ਲੱਗਦਾ ਹੈ ਕਿ ਇਹੋ ਜਿਹੀਆਂ ਸ਼ਖਸੀਅਤਾਂ ਸਾਡੇ ਨਾਲ ਜੁੜਦੀਆਂ ਰਹਿਣ, ਤਾਂ ਇਸ ਪੇਜ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ, ਕਿਉਂਕਿ ਅਸੀਂ ਇੱਥੇ ਉਹੀ ਗੱਲ ਕਰਦੇ ਹਾਂ ਕਿ ਸਾਧੂ ਖੜਾ ਬਾਜ਼ਾਰ में सबकी मांग एक है, काहूं किसी से दोस्ती काहूं किसी से बैर। फिर मिलांगे, रब राखा, इंसानियत जिंदाबाद।